द सिख व्यू पॉइंट चैनल देख रहे सारे दर्शकों का मैं मेहर सिंह स्वागत करता हाँ जी। वाहिगुरू जी का खालसा वाहिगुरू जी की फतेह। जिवें कि असीं तुहाडे नाल वादा कीता सी कि आउण वाले प्रोग्राम दे विच असीं कामरेड विचारधारा नूं, उन्हां दे फलसफे नूं ते उन्हां दे सारे अमल नूं समझण दी कोशिश करांगे। सो अज उही प्रोग्राम लैके हाज़र हुए हैं। अज गलबात करांगे कामरेड विचारधारा के बारे, समझण की कोशिश करांगे, जानण की कोशिश करांगे कि है की है। वड्डे जे आपां मोटे रूप दे विच देखीए तां आम लोगों को सिर्फ इन्नी जानकारी है कि धर्म नहीं मानते जां इन्हां दा जिहड़ा झंडा है वो ला लिया। तो इन्हां दा जे आपां पिछे आधार की गल करिए, हुणे इन्हां ने किसानी संघर्ष के दौरान देखा सोहना आधार जिहड़ा इन्हां ने पिंडां दे विच या सरकारी अदारियां दे विच यूनीवर्सिटियां दे विच कैंप कीता होया। इस किस तरीके दे नाल अपनी जिहड़ी कारगुजारी है वो करते हैं, किवें अपनी विचारधारा नूं अगे लैके जाते हैं, सारा कुछ जानने की कोशिश करांगे। ये जिहड़ी गलबात आ इहदा सिलसिला भागां दे विच होऊगा, 2 3 या 4 जिन्ने भी भाग होणगे वो तुहाडे नाल साझे करांगे। सो स्वागत करते हैं जी। वाहिगुरू जी का खालसा वाहिगुरू जी की फतेह। बापू जी, पहला सवाल तो यही बनता है कि तुसीं इस विचारधारा दे नाल बहुत लंबा समा जुड़े रहे हो, इन्हां दी लहर का हिस्सा भी रहे हो, अंदर तो तुसीं सारी प्रैक्टिस देखी है, सारा कारगुजारी जिवें हुंदी है वो सारा कुछ तुसीं देखिया। पहली गल तो यह भी तुहानूं इस विचारधारा दे विच इहो जी किहड़ी चीज़ सी जिहड़ी तुहानूं खिच के लै गई, ते दूजा भी इन्हां दा जिहड़ा अंदर दा कारगुजारी दा अमल है वो किवें दा है? देखो, तत्थ ਦੇ ਤੌਰ ਤੇ ਗੱਲ ਠੀਕ ਹੈ ਕਿ ਮੈਂ ਕਮਿਊਨਿਸਟ ਵਿਚਾਰਧਾਰਾ ਜਾਂ ਲਹਿਰ ਦੇ ਵਿੱਚ ਜੀ ਤਕਰੀਬਨ 15 ਕੁ ਸਾਲ ਗੁਜ਼ਾਰੇ ਹੈ ਜੀ ਜੀ ਜਿਹਦੇ 'ਚ ਮੈਂ ਸਰਗਰਮੀ ਨਾਲ ਉਹਦੇ ਵਿੱਚ ਕੰਮ ਕੀਤਾ ਹੈ ਨਾ। ਤੇ ਖਿੱਚ ਕੇ ਕਿਹੜੀ ਚੀਜ਼ ਲੈ ਕੇ ਆਈ ਉਹ ਮੇਰਾ ਖਿਆਲ ਨਾ ਅੱਜ ਬੈਠਿਆਂ ਨੂੰ ਉਹ ਸਮਾਂ ਕੀ ਸੀ ਜੀ ਉਹ ਕਈ ਵਾਰ ਸਮਝ ਨਹੀਂ ਆਉਂਦੀ ਹੁੰਦੀ। ਸੋ ਆਪਾਂ ਇਹ ਤੇ ਗੱਲ ਕਰਾਂਗੇ। ਇੱਕ ਤਾਂ ਵੀ ਉਹਨਾਂ ਦੀ ਵਿਚਾਰਧਾਰਾ ਕੀ ਸੀ ਜਿਹਨੇ ਮਨ ਤੇ ਉੱਤੇ ਕਿਤੇ ਅਸਰ ਪਾਇਆ ਜਾਂ ਕੀਲਿਆ ਵੀ ਗੱਲ ਕਨਵਿੰਸਿੰਗ ਲੱਗੀ ਉਸ ਮੌਕੇ, ਜਵਾਨੀ ਮੌਕੇ। ਇੱਕ ਇਹ ਵੀ ਉਸ ਮੌਕੇ ਦੀਆਂ ਹਾਲਤਾਂ ਕੀ ਸੀ ਕੌਮਾਂਤਰੀ ਪੱਧਰ ਤੇ, ਭਾਰਤ ਦੀਆਂ ਤੇ ਪੰਜਾਬ ਦੀਆਂ, ਤੇ ਸਿੱਖ ਲੀਡਰਸ਼ਿਪ ਦਾ ਕੀ ਹਾਲ ਸੀ। ਕਿਹੜਾ ਸਮਾਂ ਸੀ ਜਦੋਂ ਤੁਸੀਂ ਵਿਚਾਰਧਾਰਾ ਦੇ ਨਾਲ ਜੁੜੇ? ਮੈਂ ਇਹਨਾਂ ਨਾਲ 67 68 ਦੇ ਵਿੱਚ ਜਦੋਂ ਮੈਂ ਇੰਜੀਨੀਅਰਿੰਗ ਕਾਲਜ 'ਚ ਗਿਆ ਲੁਧਿਆਣੇ, ਉਦੋਂ ਬਾਹ ਪੈ ਗਿਆ ਸੀ। ਤੇ ਫਿਰ ਅਸੀਂ ਦਿੱਲੀ ਮੁਜ਼ਾਹਰਾ ਕਰਨ ਗਏ ਸੀਗੇ ਆਪਦੀਆਂ ਮੰਗਾਂ ਇੰਜੀਨੀਅਰਿੰਗ ਕਾਲਜਾਂ ਦੀਆਂ ਆਲ ਇੰਡੀਆ। ਉਦੋਂ ਅਸੀਂ 1 ਸਾਲ ਤਿਹਾੜ ਜੇਲ੍ਹ ਦੇ ਵਿੱਚ, ਨਾ 1 ਸਾਲ ਨਹੀਂ 1 ਮਹੀਨਾ ਤਿਹਾੜ ਜੇਲ੍ਹ 'ਚ ਇਕੱਠੇ ਰਹੇ। ਅੱਛਾ ਜੀ। ਸਾਰੇ ਕੁਛ ਉੱਥੇ ਫਿਰ ਜੇਲ੍ਹ ਦੇ ਵਿੱਚ ਥੋੜ੍ਹਾ ਕੋਈ ਸਮਾਂ ਬੜਾ ਹੁੰਦਾ। ਤੇ ਸਾਡੇ ਜਿਹੜੇ ਬੰਦੇ ਸੀ ਸਾਥੋਂ ਸੀਨੀਅਰ ਸਾਡੇ ਕਾਲਜ ਦੇ, ਉਹ ਕਮਿਊਨਿਸਟ ਸੀ, ਕੁਛ ਜੁੜ ਚੁੱਕੇ ਸੀ ਲਹਿਰ ਨਾਲ। ਤੇ ਖਾਸ ਕਰਕੇ ਉਦੋਂ ਜਿਹੜੀ ਸੀਗੀ ਨਕਸਲਵਾੜੀ ਲਹਿਰ, ਤੇ ਉਹ ਫਿਰ ਉੱਥੇ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਸੀ। ਉਹ ਸਕੂਲਿੰਗ ਹੋ ਗਈ ਸਮਝ ਲਓ, ਉਹ ਪਾਠ ਉੱਥੇ ਪੜ੍ਹਾਏ। ਤੇ ਉਸ ਤੋਂ ਪਹਿਲਾਂ ਹੀ ਵੈਸੇ ਸਾਡਾ PSU ਨਾਲ ਇੱਕ ਬਾਹ ਪੈ ਚੁੱਕਿਆ ਸੀਗਾ, ਅਸੀਂ ਉਹਦੇ ਸੰਪਰਕ 'ਚ ਆ ਚੁੱਕੇ ਸੀ। ਤੇ ਵੈਸੇ ਫਿਰ ਉਦੋਂ ਬਾਅਦ ਚਲੋ ਇੱਕ ਲੰਮਾ ਸਿਲਸਿਲਾ ਉਹ ਆਪਾਂ ਬਾਅਦ 'ਚ ਗੱਲ ਕਰਾਂਗੇ। ਤੇ 2 ਗੱਲਾਂ ਇੱਥੇ ਆਪਾਂ ਜਿਹੜੀਆਂ ਸਮਝਣ ਦਾ ਯਤਨ ਕਰੀਏ ਵੀ ਕਿਉਂ ਬੰਦੇ ਨੂੰ ਇਹ ਐਡੀ ਪ੍ਰਭਾਵਿਤ ਕਰਦੀ ਹੈ। ਖਾਸ ਕਰਕੇ ਕੱਲਾ ਮੈਂ ਨਹੀਂ, ਬਹੁਤ ਸਾਰੇ ਇਹੋ ਜਿਹੇ ਸਾਡੇ ਬੰਦੇ ਸੀ ਸਾਡੇ ਨਾਲ ਦੇ ਜਿਹੜੇ ਗੁਰਸਿੱਖ ਪਰਿਵਾਰਾਂ 'ਚੋਂ ਆਏ, ਸਿੱਖੀ ਪਿਛੋਕੜ 'ਚੋਂ ਆਏ, ਤੇ ਬੜੀ ਮੌਜ ਨਾਲ ਮਤਲਬ ਇਹ ਉਸ ਮੌਕੇ ਚਲੇ ਗਏ। ਸੋ ਇੱਕ ਤਾਂ ਉਹ ਸਮਾਂ ਕੀ ਸੀ ਉਹ ਜ਼ਰੂਰ ਆਪਾਂ ਨੂੰ ਦੇਖਣਾ ਪਊਗਾ, ਤੇ ਇੱਕ ਇਹ ਵੀ ਇਹ ਵਿਚਾਰਧਾਰਾ ਕੀ ਸੀ। ਸੋ ਇਹਦੇ 'ਚ ਇਹ ਹੈ ਵੀ ਅੱਜ ਦੇ ਕਾਮਰੇਡਾਂ ਤੋਂ ਤੁਹਾਨੂੰ ਵੀ ਕਮਿਊਨਿਸਟ ਵਿਚਾਰਧਾਰਾ ਕੀ ਹੈ ਜਾਂ ਕਮਿਊਨਿਸਟ ਕੀ ਹੁੰਦਾ ਹੈ, ਅੱਜ ਦੇ ਕਮਿਊਨਿਸਟਾਂ ਤੋਂ ਇਹ ਪਤਾ ਨਹੀਂ ਲੱਗਣਾ। ਜਿਵੇਂ ਸੁਖਬੀਰ ਸਿੰਘ ਬਾਦਲ ਤੋਂ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕੋਗੇ ਅਕਾਲੀ ਲਹਿਰ ਦੇ ਵਿੱਚ ਲੋਕ ਆਏ ਕਿਵੇਂ, ਕਿੰਨੀਆਂ ਕੁਰਬਾਨੀਆਂ ਕਿਉਂ ਕਰ ਗਏ। ਠੀਕ ਹੈ ਨਾ। ਉਹ ਜਦੋਂ ਉਹਦਾ ਉਹ ਜੋਬਨ ਦਾ ਦੌਰ ਸੀ, ਉਦੋਂ ਜਜ਼ਬਾ ਉੱਥੇ ਹੋਰ ਸੀ, ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਉਹਦੇ 'ਚ ਜੋ ਕਿਰਦਾਰਾਂ 'ਚ ਵੀ ਨਿਗਾਰ ਆਉਂਦਾ ਤੇ ਵਿਚਾਰਾਂ ਦੇ ਵਿੱਚ ਵੀ ਨਿਗਾਰ ਆਉਂਦਾ। ਸੋ ਉਹ ਸਾਰਿਆਂ 'ਤੇ ਵਾਪਰਿਆ। ਉਹ ਕਾਂਗਰਸ ਤੋਂ ਵੀ ਅੱਜ ਦੀ ਤੋਂ ਤੁਸੀਂ ਉਹ ਕਾਂਗਰਸ ਦਾ ਅੰਦਾਜ਼ਾ ਪੂਰਾ ਨਹੀਂ ਲਾ ਸਕਦੇ ਸਮੇਂ ਦੇ ਹਿਸਾਬ ਨਾਲ ਮਤਲਬ। ਤੋ ਉਹ ਇਸ ਕਰਕੇ ਆਪਾਂ ਅੱਜ ਦੀ ਜਿਹੜੀ ਗੱਲਬਾਤ ਹੈ ਇਹਦੇ 'ਚ ਮੈਨੂੰ ਲੱਗਦਾ ਕਿ ਜਿੰਨਾ ਚਿਰ ਸਾਨੂੰ ਉਹਨਾਂ ਦੇ ਫਲਸਫੇ ਦੀ, ਉਹਨਾਂ ਦੇ ਸੋਚ ਪ੍ਰਬੰਧ ਦੀ ਉਹ ਪੂਰਾ ਪਤਾ ਨਹੀਂ ਲੱਗੂ, ਕਿਉਂਕਿ ਪ੍ਰਾਪੇਗੰਡੇ ਦੀ ਲੈਵਲ ਤੇ ਮੋਟਾ ਜਿਹਾ ਪਤਾ ਹੈ ਵੀ ਰੱਬ ਨੂੰ ਨਹੀਂ ਮੰਨਦੇ, ਨਾਸਤਕ ਹੁੰਦੇ ਆ ਨਾ, ਪਰ ਉਹਨਾਂ ਦਾ ਇੱਕ ਟੋਟਲ ਸਿਸਟਮ ਕੀ ਹੈ ਸੋਚਣ ਦਾ, ਤੇ ਜਿਹਦੇ ਕਰਕੇ ਉਹ ਬੰਦੇ ਹਰ ਗੱਲ ਦੀ ਵਿਆਖਿਆ ਆਪਦੇ ਮੁਤਾਬਕ ਉਹ ਕਰ ਲੈਂਦੇ ਨੇ। ਹਾਂ, ਸੋ ਇਸ ਕਰਕੇ ਆਪਾਂ ਸ਼ੁਰੂ ਉੱਥੋਂ ਕਰਦੇ ਹਾਂ। ਸੋ ਇਹਦੇ ਵਿੱਚ ਇਹੀ ਦੱਸਣਾ ਕਰੋ ਪਹਿਲੇ ਰੂਪ ਦੇ ਵਿੱਚ ਕਿ ਵਿਚਾਰਧਾਰਾ ਤੇ ਫਲਸਫਾ ਇਹਨਾਂ ਦਾ ਅਸਲ ਰੂਪ ਦੇ ਵਿੱਚ ਹੈ ਕੀ ਹੈ।
ਜੇ ਆਪਾਂ ਇਕੱਲਾ ਇਹੀ ਦੇਖੀ ਜਾਈਏ ਕਿ ਧਰਮ ਨੂੰ ਨਹੀਂ ਮੰਨਦੇ ਜਾਂ ਇਹ ਕਿਤੇ ਵੀ ਹੱਕ ਸੱਚ ਦੇ ਲਈ ਖੜ੍ਹਦੇ ਨੇ, ਜਿਵੇਂ ਇਹ ਗੱਲ ਕਹਿੰਦੇ ਨੇ, ਜਿਵੇਂ ਆਪਾਂ ਹੁਣ ਕਿਸਾਨੀ ਸੰਘਰਸ਼ ਦੀ ਵੀ ਗੱਲ ਕਰ ਲਈਏ, ਵੱਡੇ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹਨਾਂ ਦਾ ਆਧਾਰ ਜਿਹੜਾ ਕਾਇਮ ਹੋਇਆ ਹੋਇਆ ਹੈ। ਜੇ ਆਪਾਂ ਗਿਣਤੀ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਵੀ ਆਪਾਂ ਜੱਜ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਸਾਨੂੰ ਦਿਖਦਾ ਵੀ ਇਹਨਾਂ ਨੇ ਗਰਾਊਂਡ ਦੇ ਉੱਤੇ ਜਿਹੜਾ ਬਹੁਤ ਕੰਮ ਕੀਤਾ ਹੋਇਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਵਿਚਾਰਧਾਰਾ ਕੀ ਹੈ ਅਸਲ ਰੂਪ ਦੇ ਵਿੱਚ? ਦੇਖੋ, ਕੰਮ ਕਰਦੇ ਨੇ ਬਹੁਤ ਜੀਲ ਨਾਲ, ਜੋਸ਼ ਖਰੋਸ਼ ਨਾਲ ਕੰਮ ਕਰਦੇ ਜੀ, ਇਹ 'ਚ ਤਾਂ ਕੋਈ ਰੌਲਾ ਨਹੀਂ, ਪਰ ਉਹ ਕਿਉਂ ਕਰਦੇ ਆ, ਇਹਨਾਂ ਦੇ ਅੰਦਰੋਂ ਸਪਿਰਿਟ ਭਰੀ ਕਿਵੇਂ ਜਾਂਦੀ ਹੈ। ਤੇ ਉਹ ਆਪਾਂ ਨੂੰ ਹੁਣ ਜਦੋਂ ਬੰਦਾ ਧਰਮ ਵਾਲਾ ਜਿਹਦਾ ਇਹ ਤਜਰਬਾ ਨਹੀਂ, ਉਹਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ, ਉਹਨਾਂ ਨੂੰ ਧਰਮ ਵਾਲਿਆਂ ਦੀ ਨਹੀਂ ਆਉਂਦੀ, ਕਿਉਂਕਿ ਉਹ ਆਪਦੀਆਂ ਉਹਦੇ ਵਿੱਚ ਹੱਦਾਂ ਦੇ ਵਿੱਚ ਸੀਮਤ ਰਹਿੰਦੇ ਨੇ। ਸੋ ਮੇਰੇ ਕੋਲੇ ਚੰਗੇ ਭਾਗਾਂ ਨੂੰ ਕਹਿ ਦਿਓ ਜਾਂ ਵੀ ਮੇਰੇ ਕੋਲ ਦੋਵੇਂ ਤਜਰਬੇ ਹੈਗੇ ਆ, ਸੋ ਮੈਂ ਇਹਨਾਂ ਦਾ ਇੱਕ ਤੁਲਨਾਤਮਕ ਅਧਿਐਨ ਵੀ ਕਰ ਸਕਦਾ। ਸੋ ਹੁਣ ਸਾਰੇ ਤਜਰਬੇ ਤੋਂ, ਇੰਨੀ ਉਮਰ ਦੇ ਅਨੁਭਵ ਤੋਂ ਬਾਅਦ ਮੈਨੂੰ ਉਹ ਸਾਰੀਆਂ ਗੱਲਾਂ ਮਤਲਬ ਵੱਧ ਸਪਸ਼ਟ ਹੋਈਆਂ ਨੇ। ਸੋ ਪਹਿਲਾਂ ਆਪਾਂ ਨਾ ਇਹਨਾਂ ਦੇ ਫਲਸਫੇ ਦੀ ਜਿਹੜੀ ਇਹਨਾਂ ਦੀ ਬੁਨਿਆਦ ਹੈ ਉਹਦੀ ਗੱਲ ਕਰਦੇ ਜੀ। ਉਹਦੇ 'ਚ ਇਹ ਹੈ ਕਿ ਜਿਹੜੇ ਫਲਸਫੇ ਹੈ ਨਾ ਦੁਨੀਆ ਦੇ ਸਾਰੇ, ਉਹਨਾਂ ਨੂੰ ਜਿੰਨੇ ਵੀ ਵਿਦਵਾਨ ਹੈ ਉਹ ਬੁਨਿਆਦੀ ਤੌਰ 'ਤੇ ਦੋ ਹਿੱਸਿਆਂ 'ਚ ਵੰਡਦੇ ਆ। ਇੱਕ ਫਲਸਫੇ ਉਹ ਜਿਹੜੇ ਪਦਾਰਥ ਨੂੰ ਮੁੱਖ ਮੰਨਦੇ ਨੇ ਤੇ ਚੇਤਨਤਾ ਨੂੰ ਸੈਕੰਡਰੀ, ਕਿ ਪਹਿਲਾਂ ਪਦਾਰਥ ਪੈਦਾ ਹੋਇਆ, ਉਹਦੇ ਵਿੱਚੋਂ ਹੌਲੀ ਹੌਲੀ ਚੇਤਨਾ ਵਿਕਸਿਤ ਹੋਈ। ਇੱਕ ਫਲਸਫੇ ਉਹ ਨੇ ਜਿਹੜੇ ਚੇਤਨਾ ਨੂੰ ਪਹਿਲਾਂ ਮੰਨਦੇ ਆ ਕਿ ਪਹਿਲਾਂ ਚੇਤਨਾ ਪ੍ਰਗਟ ਹੋਈ, ਉਸ ਨੇ ਫਿਰ ਉਹ ਪਦਾਰਥ ਸਿਰਜਿਆ। ਸੋ ਜਿਹਦਾ ਮਤਲਬ ਜੋ ਇਹ ਬ੍ਰਹਿਮੰਡ ਹੈ ਇਹ ਕਿਸੇ ਸੁਪਰੀਮ ਪਾਵਰ, ਉਹਦੇ ਖਿਲਾਫ ਸੰਕਲਪ ਅਲੱਗ-ਅਲੱਗ ਨੇ, ਹੈ ਨਾ, ਧਰਮਾਂ ਦੇ ਵਿੱਚ ਵੀ ਫਲਸਫਿਆਂ 'ਚ ਵੀ, ਪਰ ਇੱਕ ਗੱਲ ਤੇ ਸਹਿਮਤੀ ਹੈ ਕਿ ਕੋਈ ਇਹੀ ਜੀ ਅਗੰਮੀ ਤਾਕਤ ਹੈ ਜਿਹਨੇ ਇਹ ਸਾਰਾ ਪਸਾਰਾ ਬ੍ਰਹਿਮੰਡ ਦਾ ਇਹ ਸਿਰਜਿਆ ਤੇ ਜਿਹਦੇ ਹੁਕਮ 'ਚ ਇਹ ਚੱਲ ਰਿਹਾ ਹੈ। ਪਰ ਦੂਜੇ ਪਾਸੇ ਕਮਿਊਨਿਸਟਾਂ ਦਾ ਇਹ ਹੈ, ਜਾਂ ਜਿੰਨੇ ਵੀ ਪਦਾਰਥਵਾਦੀ, ਉਹਦੇ 'ਚ ਫਿਰ ਕੀ ਹੈ ਵੀ ਜਿਹੜੇ ਬੰਦੇ ਪਦਾਰਥ ਨੂੰ ਪ੍ਰਮੁੱਖ ਮੰਨ ਕੇ ਚੱਲਦੇ ਨੇ ਕਿ ਪਦਾਰਥ ਪਹਿਲਾਂ ਪੈਦਾ ਹੋਇਆ, ਚੇਤਨਾ ਬਾਅਦ ਵਿੱਚ, ਉਹ ਫਲਸਫੇ ਹੋ ਗਏ ਭੌਤਿਕਵਾਦੀ ਜਾਂ ਪਦਾਰਥਵਾਦੀ, ਮਟੀਰੀਅਲਿਸਟ ਫਲਸਫੇ। ਤੇ ਜਿਹੜੇ ਚੇਤਨਾ ਨੂੰ ਪਹਿਲਾਂ ਮੰਨਦੇ ਨੇ ਜਾਂ ਵਿਚਾਰ ਨੂੰ ਪਹਿਲਾਂ ਮੰਨਦੇ ਨੇ, ਉਹ ਹੋ ਗਏ ਅਧਿਆਤਮਵਾਦੀ ਜਾਂ ਪਰਾਭੌਤਿਕਵਾਦੀ, ਮੈਟਾਫਿਜ਼ੀਕਲ। ਸੋ ਕਮਿਊਨਿਸਟ ਜਿਹੜੇ ਨੇ ਉਹ ਮੈਟਾਫਿਜ਼ਿਕਸ ਨੂੰ ਨਹੀਂ ਮੰਨਦੇ, ਉਹ ਤਾਂ ਫਿਜ਼ੀਕਲ ਜੋ ਚੀਜ਼ ਹੈ, ਜਿਹੜੀ ਚੀਜ਼ ਦੀ ਇੱਕ ਹੋਂਦ ਹੈ ਤੇ ਜਿਹੜੀ ਮਹਿਸੂਸ ਕੀਤੀ ਜਾ ਸਕਦੀ ਹੈ, ਦੇਖੀ ਜਾ ਸਕਦੀ, ਉਹੀ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨਾਲ ਜਿਹਦਾ ਤੁਸੀਂ ਹੁਣ ਪਤਾ ਲਾ ਸਕਦੇ ਹੋ, ਉਹ ਉਹਨਾਂ ਚੀਜ਼ਾਂ ਦੀ ਹੋਂਦ ਹੀ ਮੰਨਦੇ ਨੇ। ਉਹ ਕੋਈ ਅਗੰਮ ਅਗੋਚਰ ਉਹਨਾਂ ਵਾਸਤੇ ਕੋਈ ਉਹ ਮਾਇਨੇ ਨਹੀਂ ਰੱਖਦਾ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਫਲਸਫਾ ਹੈ ਉਹ ਪਦਾਰਥਵਾਦੀ ਫਲਸਫਾ, ਉਹ ਇਹ ਮੰਨ ਕੇ ਚੱਲਦੇ ਨੇ ਕਿ ਜਦੋਂ ਇਹ ਬ੍ਰਹਿਮੰਡ ਹੋਂਦ 'ਚ ਆਇਆ ਤਾਂ ਇਹ ਇੱਕ ਪਹਿਲਾਂ ਪਦਾਰਥ ਹੋਂਦ 'ਚ ਆਇਆ ਤੇ ਉਸ ਦਾ ਸਿਰਜਣਹਾਰ ਕੋਈ ਨਹੀਂ, ਇਹ ਆਪਦਾ ਕਰਤਾ ਆਪ ਹੀ ਹੈ, ਇਹਨੂੰ ਕਿਸੇ ਨੇ ਨਹੀਂ ਸਿਰਜਿਆ, ਇਹ ਇੱਕ ਪ੍ਰੋਸੈਸ ਰਾਹੀਂ ਆਪ ਹੀ ਪੈਦਾ ਹੋਇਆ ਇਹ। ਸੋ ਉਹਨਾਂ ਦਾ ਇਹ ਹੈ ਵੀ ਇਟ ਇਜ਼, ਇਟ ਵਾਜ਼ ਐਂਡ ਇਟ ਵਿਲ ਬੀ। ਸੋ ਇਹਦੇ ਤੁਸੀਂ ਨਾ ਪਾਸਟ ਬਾਰੇ ਕੋਈ ਅੰਦਾਜ਼ਾ ਲਾ ਸਕਦੇ ਹੋ, ਨਾ ਕੋਈ ਫਿਊਚਰ ਬਾਰੇ ਲਾ ਸਕਦੇ ਹੋ। ਸੋ ਉਹ ਜ਼ਿਆਦਾਤਰ ਵਰਤਮਾਨ 'ਚ ਹੀ ਜਿਉਂਦੇ ਆ, ਸੋ ਵਰਤਮਾਨ ਨੂੰ ਸਮਝਣ ਦਾ ਯਤਨ ਕਰਦੇ ਨੇ। ਸੋ ਉਹਨਾਂ ਦਾ ਇਹ ਹੈ ਕਿ ਉਹ ਪਦਾਰਥ ਜਿਹੜਾ ਸੀ ਉਹਦੀ ਇੱਕ ਐਵੋਲੂਸ਼ਨ ਹੋਈ ਫਿਰ ਲੱਖਾਂ ਸਾਲਾਂ 'ਚ। ਸੋ ਜਿਵੇਂ ਕਹਿੰਦਾ ਪਹਿਲਾਂ ਇੱਕ ਸਿੰਗਲ ਸੈੱਲ ਵਾਲਾ ਲਾਰਵਾ ਪੈਦਾ ਹੋਇਆ, ਫਿਰ ਹੌਲੀ ਹੌਲੀ ਕੰਪਲੈਕਸ ਉਹ ਜਿਹੜੇ ਸੈੱਲ ਹਨ ਉਹ ਇਸ ਤਰ੍ਹਾਂ ਆਰਗੇਨਾਈਜ਼ ਹੋਈ ਗਏ ਇੱਕ ਕੰਪਲੈਕਸ ਦੇ ਵਿੱਚ ਕਿ ਹੌਲੀ ਹੌਲੀ ਫਿਰ ਉਹਨਾਂ 'ਚ ਉਹ ਜ਼ਿੰਦਗੀ ਧੜਕਣ ਲੱਗ ਗਈ, ਜੀਵ ਪੈਦਾ ਹੋ ਗਏ, ਜੀਵਾਂ ਦਾ ਵਿਕਾਸ ਹੋਇਆ। ਉਹ ਜਿਹੜਾ ਹੈਗਾ ਡਾਰਵਨ ਦਾ ਸਿਧਾਂਤ ਕਿ ਜੀਵਾਂ ਦੀ ਉਤਪਤੀ, ਐਵੋਲੂਸ਼ਨ ਆਫ ਸਪੀਸੀਜ਼ ਜੀ, ਤੇ ਉਹਦੇ 'ਚੋਂ ਵੀ ਹੌਲੀ ਹੌਲੀ ਮਨੁੱਖ ਪੈਦਾ ਹੋ ਗਿਆ। ਸੋ ਉਹਨਾਂ ਦਾ ਆਧਾਰ ਇਹੀ ਹੈ ਕਿ ਪਹਿਲਾਂ ਪਦਾਰਥ ਪੈਦਾ ਹੋਇਆ ਤੇ ਪਦਾਰਥ ਉਹ ਇੱਕ ਖਾਸ ਢੰਗ ਨਾਲ ਕਿਤੇ ਜਥੇਬੰਦ ਹੋਇਆ ਕੁਦਰਤ ਦੇ ਇੱਕ ਪ੍ਰੋਸੈਸ 'ਚ, ਤੇ ਉਹਦੇ ਵਿੱਚੋਂ ਚੇਤਨਾ ਪੈਦਾ ਹੋਈ। ਤੇ ਜਦੋਂ ਮਨੁੱਖ ਪੈਦਾ ਹੋ ਗਿਆ ਉਹ ਚੇਤਨਾ ਇੱਥੋਂ ਤੱਕ ਪਹੁੰਚ ਗਈ ਵੀ ਮਨੁੱਖੀ ਜੀਵ ਪੈਦਾ ਹੋ ਗਿਆ ਹੋਇਆ। ਉਹ ਚਲ ਜਿਵੇਂ ਉਹ ਕਹਿੰਦੇ ਨੇ ਵੀ ਬਾਂਦਰ ਤੋਂ ਜਾਂ ਜਿਵੇਂ ਵੀ ਉਹਦਾ ਇੱਕ ਲੰਮਾ ਹੈ ਨਾ, ਉਹ ਡਾਰਵਨ ਦਾ ਮੇਨਲੀ ਉਹਦਾ ਬਣਾਉਂਦੇ ਨੇ। ਹਾਲਾਂਕਿ ਡਾਰਵਨ ਦੇ ਜਿਹੜਾ ਸਿਧਾਂਤ ਹੈ ਉਹਦੇ ਵਿੱਚ ਬਹੁਤ ਸਾਰੇ ਗੈਪਸ, ਅਨੁਮਾਨ, ਸਾਰਾ ਕੁਝ ਉਹਦਾ ਤਜਰਬਿਆਂ 'ਤੇ ਆਧਾਰਿਤ ਨਹੀਂ,
ਉਹਦੇ 'ਚ ਬਹੁਤ ਸਾਰੇ ਅਨੁਮਾਨ ਲਾਏ ਹੋਏ ਨੇ। ਤੇ ਇਸ ਕਰਕੇ ਮਤਲਬ ਉਹ ਕਹਿੰਦੇ ਆ ਵੀ ਫਿਰ ਜਦੋਂ ਉਹ ਚੇਤਨਾ ਪੈਦਾ ਹੋ ਗਈ, ਮਨੁੱਖੀ ਚੇਤਨਾ, ਉਦੋਂ ਉਹ ਫਿਰ ਕਲਪਨਾ ਕਰਨ ਲੱਗ ਗਏ। ਉਹ 'ਚ ਇਹ ਕਪੈਸਿਟੀ, ਸਮਰੱਥਾ, ਯੋਗਤਾ ਆ ਗਈ ਕਿ ਉਹ ਚੀਜ਼ਾਂ ਨੂੰ ਆਲੇ ਦੁਆਲੇ ਨੂੰ ਦੇਖਦਾ ਤੇ ਉਹਨਾਂ ਬਾਰੇ ਧਾਰਨਾਵਾਂ ਬਣਾਉਣ ਲੱਗ ਗਿਆ। ਉਹ ਜਦੋਂ ਮਨ 'ਚ ਧਾਰਨਾਵਾਂ ਬਣਨ ਲੱਗ ਗਈਆਂ, ਹੌਲੀ ਹੌਲੀ ਉਹ ਇੱਕ, ਇਹ ਕਹਿ ਲਓ ਕਿ ਸੰਕਲਪ ਬਣ ਗਏ, ਸੰਕਲਪ ਬਣ ਗਏ, ਪ੍ਰਪੇਖ ਬਣ ਗਏ, ਪਰਸਪੈਕਟਿਵਸ ਬਣ ਗਏ, ਸਿਧਾਂਤ ਬਣ ਗਏ। ਇਹ ਇਸ ਤਰ੍ਹਾਂ ਹੁੰਦਾ ਹੁੰਦਾ ਮਤਲਬ ਇਹ ਇਸ ਤਰ੍ਹਾਂ ਵਿਕਾਸ ਕਰੀ ਗਿਆ। ਤੇ ਜਿਹਦੇ 'ਚੋਂ ਫਿਰ ਉਹ ਜੋ ਵੀ ਦੇਖਦਾ ਸੀ ਆਲਾ ਦੁਆਲਾ, ਉਹਦੇ ਉਹ ਅਨੁਮਾਨ ਲਾਉਂਦਾ ਸੀ ਤੇ ਉਹਦੇ ਬਾਰੇ ਆਪਦੀਆਂ ਧਾਰਨਾਵਾਂ ਬਣਾ ਲੈਂਦਾ ਸੀ। ਸੋ ਇਸ ਪੱਖੋਂ ਇਹ ਕਮਿਊਨਿਸਟਾਂ ਦਾ ਜਾਂ ਜਿੰਨੇ ਵੀ ਪਦਾਰਥਵਾਦੀ ਆ ਉਹਨਾਂ ਦਾ ਇਹ ਹੈ ਕਿ ਇਸੇ ਤਰ੍ਹਾਂ ਇੱਕ ਸਟੇਜ ਤੇ ਜਾ ਕੇ ਬੰਦੇ ਦੀ ਕਲਪਨਾ 'ਚ ਰੱਬ ਦਾ ਸੰਕਲਪ ਆ ਗਿਆ, ਪਰ ਆਇਆ ਉਹ ਆਲਾ ਦੁਆਲਾ ਦੇਖ ਕੇ। ਮਤਲਬ ਇਹ ਜਿਹੜੀ ਕਮਿਊਨਿਸਟ ਸਾਡੇ, ਜਦੋਂ ਮੈਂ ਕਿਉਂਕਿ ਅਸੀਂ ਸਕੂਲਿੰਗ ਕਹਿੰਦੇ ਨੇ, ਸਕੂਲਿੰਗ ਕਰਦੇ ਹੁੰਦੇ ਸੀ, ਪਾਠ ਪੜ੍ਹਾਉਣੇ ਆ ਹੈ ਨਾ, ਉਹਦੇ 'ਚ ਬਕਾਇਦਾ ਕਲਾਸਾਂ ਲੱਗਦੀਆਂ ਸੀ ਕਈ ਦਿਨਾਂ ਦੀਆਂ, ਤੇ ਉਹ ਤੁਹਾਡੇ ਦਿਮਾਗਾਂ ਦੇ ਵਿੱਚ ਪੂਰਾ ਕਨਵਿੰਸਿੰਗ, ਤੇ ਉਹ ਬੜੇ ਉਹਨਾਂ ਨੇ ਸੌਖੇ ਜੇ ਕਰਕੇ ਉਹ ਸਮਝਾਉਂਦੇ ਹੁੰਦੇ ਸੀਗੇ ਵੀ ਹੁਣ ਜਿਵੇਂ ਆਪਾਂ ਆਲੇ ਦੁਆਲੇ ਦੇਖਦੇ ਹਾਂ ਵੀ ਹਰ ਚੀਜ਼ ਤੇ ਕੋਈ ਬੌਸ ਹੈ ਜੀ ਹੈ ਨਾ। ਸਮਾਜ ਦੇ ਵਿੱਚੋਂ ਵੀ ਹੌਲੀ ਹੌਲੀ ਪਾਵਰਫੁਲ ਬੰਦੇ ਆ ਗਏ, ਉਹਨਾਂ ਨੇ ਮਤਲਬ ਆਪਦੀ ਸਰਦਾਰੀ ਸਥਾਪਿਤ ਕਰ ਲਈ ਮੁੱਢਲੇ ਸਟੇਜ ਤੇ। ਉਹ ਬੰਦਿਆਂ ਨੂੰ ਕੁੱਟਦੇ ਮਾਰਦੇ ਵੀ ਸੀ। ਸੋ ਜਿਹੜੀ ਇੱਕ ਕਰੋਪੀ ਹੈ ਜਾਂ ਤੋਂ ਲੱਗਦਾ ਹੈ ਕਿ ਕੋਈ ਗੱਲਾਂ ਇਹੋ ਜਿਹੀਆਂ ਵਾਪਰ ਰਹੀਆਂ, ਉਹਨਾਂ ਨੂੰ ਤਾਂ ਪਿੱਛੇ ਇੱਕ ਅਥਾਰਟੀ, ਤਾਕਤ ਖੜੀ ਦਿਸਦੀ ਹੈ। ਤੇ ਜਿਹੜੀਆਂ ਅਗਿਆਤ ਸ਼ਕਤੀਆਂ ਦਾ ਪਤਾ ਨਹੀਂ ਸੀ ਲੱਗਦਾ ਵੀ ਅੱਗ ਕਿਵੇਂ ਲੱਗ ਗਈ ਜੰਗਲ 'ਚ, ਹੜ੍ਹ ਕਿਵੇਂ ਆ ਗਿਆ ਹੈ ਨਾ, ਜਵਾਲਾਮੁਖੀ ਕਿਵੇਂ ਫੁੱਟਿਆ ਆ, ਸੂਰਜ ਛਿਪਦਾ ਸੀ ਡਰਦੇ ਸੀ, ਚੜ੍ਹਦਾ ਸੀ ਤਾਂ ਖੁਸ਼ ਹੋ ਜਾਂਦੇ ਸੀ ਵੀ ਚਾਨਣ ਹੋਇਆ। ਤੇ ਉਹ ਫਿਰ ਉਹਨਾਂ ਨੇ ਉਹਨਾਂ ਨੂੰ ਦੇਵਤੇ ਕਲਪ ਲਿਆ ਵੀ ਇਹਦੇ ਪਿੱਛੇ ਕੋਈ ਅਦਿੱਖ ਤਾਕਤ ਹੈ। ਉਹਨਾਂ ਨੂੰ ਦੇਵਤਿਆਂ ਦਾ ਨਾਮ ਦੇ ਲਿਆ, ਇੰਦਰ ਦੇਵਤਾ ਹੈ ਨਾ, ਹਰ ਗੱਲ ਦੇ ਪਿੱਛੇ ਉਹਦੀਆਂ ਮਨ 'ਚ ਇੱਕ ਧਾਰਨਾਵਾਂ ਜਿਹੀਆਂ ਸਿਰਜ ਲੀਆਂ। ਕਹਿੰਦੇ ਫਿਰ ਉਹਨਾਂ ਨੂੰ ਇਹ ਸੀ ਕਿ ਸਮਾਜ ਦੇ ਵਿੱਚ ਜਿਵੇਂ ਛੋਟੇ ਸਰਦਾਰ ਹੈ, ਉਹਨਾਂ ਦੇ ਉੱਤੇ ਕੋਈ ਇੱਕ ਵੱਡਾ ਸਮਰਾਟ ਹੁੰਦਾ ਹੈ, ਇਸ ਤਰ੍ਹਾਂ ਵੀ ਇਹ ਦੇਵਤੇ ਇਹਨਾਂ ਦਾ ਸਰਦਾਰ ਹੈ ਕੋਈ ਉੱਤੇ, ਉਹ ਹੈ ਰੱਬ, ਉਹਨੂੰ ਰੱਬ ਕਹਿ ਲਿਆ। ਮਤਲਬ ਇਹ ਇਹਨਾਂ ਦੀ ਇੱਕ ਕਰੂਡ ਜੀ ਵਿਆਖਿਆ ਇਹ ਹੈ ਕਿ ਜੋ ਆਲੇ ਦੁਆਲੇ ਦੇਖਦੇ ਜ਼ਿੰਦਗੀ 'ਚ ਬੰਦੇ ਨੇ ਦੇਖਿਆ, ਉਹਦੀ ਇੱਕ ਕਲਪਨਾ, ਖਿਆਲੀ ਉਹ ਵਿਚਾਰ ਬਣਾ ਲੇ ਤੇ ਉਸ 'ਚੋਂ ਫਿਰ ਰੱਬ ਪੈਦਾ ਹੋਇਆ। ਸੋ ਇਹਨਾਂ ਦਾ ਤੋੜਾ ਇੱਥੇ ਝੜਦਾ ਹੈ ਕਿ ਰੱਬ ਨੇ ਬੰਦਾ ਪੈਦਾ ਨਹੀਂ ਕੀਤਾ, ਬੰਦੇ ਨੇ ਰੱਬ ਪੈਦਾ ਕੀਤਾ। ਜਾਂ ਇਹ ਵੀ ਪ੍ਰਚਾਰਦੇ ਨੇ ਕਿ ਬੰਦੇ ਦੇ ਬੌਧਿਕ ਵਿਕਾਸ ਨਾ ਹੋ ਸਕੇ, ਉਸ ਕਾਰਨ ਵੀ ਜਿਹੜੇ ਸ਼ਾਤਰ ਦਿਮਾਗ ਸੀਗੇ ਉਹਨਾਂ ਨੇ ਰੱਬ ਨਾਂ ਦੀ ਇੱਕ ਚੀਜ਼ ਘੜੀ ਤੇ ਉਹ ਮੂਹਰੇ ਰੱਖੀ ਤੇ ਪੈਸਾ ਕਮਾਉਣ ਦਾ ਜ਼ਰੀਆ ਵੀ ਬਣਾਇਆ ਉਸ ਤੋਂ। ਇਹ ਸਾਰਾ ਕੁਝ ਇਹ ਫਿਰ ਬੜੇ ਸਿਧਾਂਤ ਜਿੰਨੇ ਵੀ ਹੈਗੇ ਨਾ, ਉਹ ਜਿਹੜੇ ਇਹ ਕਨਸਪੀਰੇਸੀ ਥਿਓਰੀਜ਼, ਹਰ ਚੀਜ਼ ਦੇ ਪਿੱਛੇ ਵੀ ਐਂ ਬੈਠ ਕੇ ਸਕੀਮਾਂ ਲੜਾਈਆਂ ਹੋਣਗੀਆਂ ਤੇ ਫਿਰ ਐਂ ਹੌਲੀ ਹੌਲੀ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਉਹ ਦੇਖਦੇ ਸੀ ਵੀ ਧਰਮ ਦਾ ਰੋਲ ਕੀ ਹੈ। ਦੂਜੀ ਗੱਲ, ਇਹ ਜਿਹੜਾ ਫਲਸਫਾ ਹੈ ਮਾਰਕਸਵਾਦ ਜਾਂ ਜਿੰਨੇ ਵੀ ਇਸ ਤਰ੍ਹਾਂ ਦੇ ਪਦਾਰਥਵਾਦੀ ਫਲਸਫੇ ਹੈ, ਇਹ ਨਹੀਂ ਮਾਰਕਸ ਨੇ ਪਹਿਲਾਂ ਲਿਆਂਦਾ ਹੈ। ਮਾਰਕਸ ਨੇ ਤਾਂ ਐਕਚੁਅਲੀ ਉਧਾਰਾ ਲਿਆ। ਉਸ ਮੌਕੇ ਦੇ ਉੱਤੇ ਦੋ ਪ੍ਰਸਿੱਧ ਵਿਦਵਾਨ ਸੀ, ਇੱਕ ਹੀਗਲ, ਇੱਕ ਫਿਊਰਬਾਖ, ਬੜੇ ਦੁਨੀਆ ਦੇ ਨਾਮ। ਇਹਨੇ ਅੱਧਾ ਹਿੱਸਾ ਹੀਗਲ ਤੋਂ ਲੈ ਲਿਆ ਮਾਰਕਸ ਨੇ। ਹੀਗਲ ਜਿਹੜਾ ਸੀ ਉਹ ਪਦਾਰਥਵਾਦੀ ਨਹੀਂ ਸੀ, ਉਹ ਮੈਟਾਫਿਜ਼ਿਕਸ ਨੂੰ ਮੰਨਦਾ ਸੀ, ਪਰ ਉਹ ਡਾਇਲੈਕਟਿਕਸ ਜਿਹਨੂੰ ਕਹਿੰਦੇ ਨਾ, ਵਿਰੋਧ ਵਿਕਾਸ, ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂ ਉਹ ਕੀ ਹੈ। ਉਹ ਵਿਰੋਧ ਵਿਕਾਸ ਨੂੰ ਮੰਨਦਾ ਸੀ, ਪਦਾਰਥਵਾਦ ਨੂੰ ਨਹੀਂ। ਇਹਨੇ ਹੀਗਲ ਤੋਂ ਤਾਂ ਕਾਰਲ ਮਾਰਕਸ ਨੇ ਲੈ ਲਿਆ ਵਿਰੋਧ ਵਿਕਾਸ। ਜਿਹੜਾ ਫਿਊਰਬਾਖ ਹੈ ਉਹ ਪਦਾਰਥਵਾਦ ਨੂੰ ਮੰਨਦਾ ਸੀ, ਪਰ ਉਹ ਵਿਰੋਧ ਵਿਕਾਸ ਨੂੰ ਨਹੀਂ ਸੀ ਮੰਨਦਾ। ਉਹਦਾ ਅੱਧ ਲੈ ਲਿਆ ਇਹਨੇ ਪਦਾਰਥਵਾਦ। ਸੋ ਫਿਰ ਜਿਹੜਾ ਇਹਨੇ ਆਪਦਾ ਇੱਕ ਸਿਧਾਂਤ ਦਿੱਤਾ, ਉਹਨੂੰ ਇਹ ਕਹਿੰਦੇ ਨੇ ਡਾਇਲੈਕਟੀਕਲ ਮਟੀਰੀਅਲਿਜ਼ਮ। ਡਾਇਲੈਕਟੀਕਲ, ਡਾਈ ਹੁੰਦਾ ਮਤਲਬ ਇੱਕ ਮੋਨੋ, ਇੱਕ ਡਾਈ ਜਿੱਥੇ ਦੋ। ਤੋ ਉਹਦਾ ਜਿਹੜੀ ਚੂਲ ਇਹ ਹੈ ਸਾਰੀ ਗੱਲ ਦੀ ਕਿ ਜਿਹੜੀ ਦੁਨੀਆ ਦੇ ਵਿੱਚ ਕੋਈ ਵੀ ਸ਼ੈ ਸਥਿਰ ਨਹੀਂ, ਉਹ ਨਿਰੰਤਰ ਤਬਦੀਲੀ 'ਚ ਹੈ। ਭਾਵੇਂ ਕਿਤੇ ਬਹੁਤ ਸਲੋ ਤਬਦੀਲੀ ਹੋ ਰਹੀ ਹੈ, ਜਿਹੜੀ ਲੱਖਾਂ ਸਾਲਾਂ 'ਚ ਜਾ ਕੇ ਪਤਾ ਲੱਗਦੀ ਹੈ, ਕਿਤੇ ਤੇਜ਼ ਹੋ ਜਾਂਦੀ ਹੈ ਨਾ, ਪਰ ਹੈ ਚੀਜ਼ ਲਗਾਤਾਰ ਨਿਰੰਤਰ ਉਹ ਤਬਦੀਲੀ ਦੇ ਵਿੱਚ। ਤੇ ਉਹ ਤਬਦੀਲੀ ਦੀ ਵਜ੍ਹਾ ਕੀ ਹੈ? ਕਿਉਂਕਿ ਤਬਦੀਲੀ ਤਾਂ ਗੁਰਬਾਣੀ ਵੀ ਕਹਿੰਦੀ ਹੈ, ਇਹ ਕੁਛ ਵੀ ਥਿਰ ਨਹੀਂ ਇਸ ਸੰਸਾਰ 'ਚ, ਹੈ ਨਾ, ਪਰ ਉੱਥੇ ਇੱਕ ਨੂੰ ਥਿਰ ਮੰਨਿਆ ਹੋਇਆ ਹੈ। ਇਹਨਾਂ ਦੇ ਕੋਈ ਵੀ ਨਹੀਂ। ਚਲੋ ਹੁਣ ਉਹਦੀ ਵਜ੍ਹਾ ਕੀ ਹੈ, ਉਹ ਕਿਉਂ ਤਬਦੀਲ ਹੁੰਦਾ ਹੈ?
ਉਹਦੇ 'ਚ ਫਿਰ ਜਿਹੜਾ ਹੀਗਲ ਤੋਂ ਲਿਆ ਕਾਰਲ ਮਾਰਕਸ ਨੇ, ਉਹ ਇਹ ਸੀ ਕਿ ਹਰ ਚੀਜ਼ ਦੇ, ਹਰ ਵਰਤਾਰੇ 'ਚ ਦੋ ਵਿਰੋਧੀ ਪੱਖ ਆ ਇੱਕ ਦੂਜੇ ਦੇ, ਜਿਹੜੇ ਲਗਾਤਾਰ ਆਪਸ ਵਿੱਚ ਹੀ ਕਸ਼ਮਕਸ਼ 'ਚ, ਕਨਫਲਿਕਟ 'ਚ ਹੈ, ਸਟਰਗਲ 'ਚ ਹੈ, ਦੋ ਵਿਰੋਧੀ ਪੱਖ। ਬਸ ਉਹਨਾਂ ਦੀ ਜਿਹੜੀ ਕਸ਼ਮਕਸ਼ ਹੈ, ਜਿਹੜੀ ਸਟਰਗਲ ਹੈ ਆਪਸੀ, ਉਹ ਚੀਜ਼ ਨੂੰ ਬਦਲਦੀ ਹੈ। ਉਹ ਸੰਘਰਸ਼ 'ਚੋਂ ਚੀਜ਼ ਦੇ ਵਿੱਚ ਤਬਦੀਲੀ ਆਉਂਦੀ ਹੈ ਹਰ ਜਗ੍ਹਾ ਦੇ ਉੱਤੇ। ਹੁਣ ਜਿਵੇਂ ਇੱਕ ਨੈਗੇਟਿਵ, ਇੱਕ ਪੋਜ਼ਿਟਿਵ, ਬਾਈਨਰੀਜ਼, ਆਪੋਜ਼ਿਟ ਬਾਈਨਰੀਜ਼, ਹੈ ਨਾ, ਵੀ ਉਹ ਦੋ ਤਾਕਤਾਂ ਕੰਮ ਕਰ ਰਹੀਆਂ। ਜਿਵੇਂ ਹੁਣ ਐਟਮ ਹੈ, ਇੱਕ ਉਹਦੇ 'ਚ ਇਲੈਕਟ੍ਰੋਨ ਹੈ, ਇੱਕ ਪ੍ਰੋਟੋਨ ਹੈ ਨਾ, ਇੱਕ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ। ਉਹ ਦੋਹਾਂ ਦੇ ਵਿੱਚ ਜਿਹੜਾ ਚੱਲਦਾ ਹੈ ਟੱਕਰ, ਸੰਘਰਸ਼, ਉਹਦੇ ਨਾਲ ਤਬਦੀਲੀ ਆਉਂਦੀ ਹੈ। ਅਦਰਵਾਈਜ਼ ਉਹ ਡੈਡ ਮਾਸ ਹੈ, ਕੁਛ ਵੀ ਨਹੀਂ। ਸੋ ਇਹ ਉਹਨਾਂ ਨੇ ਕੀਤਾ ਵੀ ਦੁਨੀਆ ਦੀ ਕੋਈ ਛੋਟੇ ਕਣ ਤੋਂ ਲੈ ਕੇ ਵੱਡੇ ਗ੍ਰਹਿਾਂ ਤੱਕ, ਸੂਰਜਾਂ ਤੱਕ, ਕਿਤੇ ਵੀ ਇਸ ਤਰ੍ਹਾਂ ਨਹੀਂ ਕਿ ਉਹਦੇ 'ਚ ਅੰਤਰ ਵਿਰੋਧ ਨਾ ਹੋਣ। ਦੋ ਪੱਖ ਇੱਕ ਦੂਜੇ ਦੇ ਉਲਟ ਖੜੇ, ਉਹਨਾਂ 'ਚ ਸੰਘਰਸ਼ ਚੱਲਦਾ ਹੈ। ਉਸ ਸੰਘਰਸ਼ ਨਾਲ ਤਬਦੀਲ ਹੁੰਦੀ ਹੈ ਚੀਜ਼। ਹੁਣ ਉਹ ਤਬਦੀਲ ਕਿਵੇਂ ਹੁੰਦੀ ਹੈ, ਫਿਰ ਉਹ ਕਾਰਲ ਮਾਰਕਸ ਨੇ ਉਹਦਾ ਉਹ ਵੀ ਲਿਆਂਦਾ ਕਿ ਉਹ ਤਬਦੀਲੀ ਹੈ ਦੋ ਕਿਸਮ ਦੀ, ਇੱਕ ਮਿਕਦਾਰੀ ਤਬਦੀਲੀ, ਇੱਕ ਸਿਫਤੀ ਤਬਦੀਲੀ। ਹੁਣ ਮਿਕਦਾਰੀ ਤਬਦੀਲੀ ਜਿਹਨੂੰ ਕੁਆਂਟੀਟੇਟਿਵ ਚੇਂਜ ਕਹਿੰਦੇ ਆ, ਵੀ ਚੀਜ਼ ਦੇ ਅੰਦਰ ਤਬਦੀਲੀ ਵਾਪਰ ਰਹੀ ਹੈ ਪਰ ਚੀਜ਼ ਉਹੀ ਤੁਹਾਨੂੰ ਲੱਗ ਰਿਹਾ ਉਹੀ ਹੈ, ਉਹਦੇ ਅੰਦਰ ਤਬਦੀਲ ਹੋ ਰਿਹਾ ਕੁਛ। ਇਹ ਕਹਿੰਦਾ ਜਿਹੜੀ ਤਬਦੀਲੀ ਹੈ, ਜਿਹੜੀ ਮਿਕਦਾਰੀ ਤਬਦੀਲੀ ਹੈ, ਜਿਹੜੀ ਕੁਆਂਟੀਟੇਟਿਵ ਚੇਂਜ ਹੈ, ਇਹਦਾ ਲੱਛਣ, ਇਹਦਾ ਕਰੈਕਟਰਿਸਟਿਕ ਇਹ ਹੈ ਕਿ ਇਹ ਬਹੁਤ ਸਹਿਜ ਰੂਪ 'ਚ ਵਾਪਰਦੀ, ਹੌਲੀ ਹੌਲੀ, ਗ੍ਰੈਜੂਅਲ ਹੈ। ਜਿਹੜੀ ਸਿਫਤੀ ਤਬਦੀਲੀ ਹੈ ਉਹ ਇੱਕਦਮ ਵਾਪਰਦੀ ਹੈ ਜਦੋਂ ਇੱਕ ਨਵੀਂ ਚੀਜ਼ ਉਹਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਪਹਿਲੀ ਚੀਜ਼ ਦਾ ਹਸਤੀ ਖਤਮ, ਉਹਦੇ 'ਚੋਂ ਇੱਕ ਨਵੀਂ ਚੀਜ਼ ਪੈਦਾ ਹੋ। ਸੋ ਉਹ ਹੋ ਗਈ ਸਿਫਤੀ ਤਬਦੀਲੀ। ਉਹ ਜਿਹੜੀ ਨਵੀਂ ਚੀਜ਼ ਆਊ ਉਹ ਗ੍ਰੈਜੂਅਲ ਸਹਿਜ ਪਾ ਤਬਦੀਲੀ ਨਹੀਂ, ਉਹ ਤਰਥੱਲ ਭਰੀ ਹੈ, ਉਹ ਤੇਜ਼ ਹੈ, ਇੱਕਦਮ ਆਈ। ਸੋ ਉਦੋਂ ਫਿਰ ਚੀਜ਼ ਦਾ ਖਾਸਾ ਬਦਲਦਾ ਹੈ। ਉਹਦੇ 'ਚ ਉਦਾਹਰਨ ਦਿੰਦੇ ਆ ਵੀ ਹੁਣ ਚੂਚਾ ਆਂਡਾ ਹੈ, ਆਂਡੇ ਨੂੰ ਮੁਰਗੀ ਥੱਲੇ ਰੱਖਦੇ ਆ ਆਪਾਂ, 21 ਦਿਨ ਉਹ ਹੀਟ ਨਾਲ ਅੰਦਰ ਚੂਚਾ ਬਣਦਾ, ਅਮਲ ਸ਼ੁਰੂ ਹੁੰਦਾ। ਉਹ ਹੈਗੀ ਮਿਕਦਾਰੀ ਤਬਦੀਲੀ। ਆਂਡਾ ਆਂਡਾ ਹੀ ਰਹਿੰਦਾ ਹੈ ਪਰ ਅੰਦਰ ਚੂਚਾ ਪਣਪ ਰਿਹਾ ਹੈ, ਪਰ ਉਹ ਆਂਡਾ ਹੀ ਹੈ। ਫਿਰ 21 ਦਿਨਾਂ ਬਾਅਦ ਉਹ ਆਂਡਾ ਦਾ ਖੋਲ ਟੁੱਟਦਾ ਹੈ। ਸੋ ਉਹ ਫਿਰ ਨੂੰ ਆਂਡਾ ਨਹੀਂ, ਆਪਾਂ ਕਹਿੰਦੇ ਚੂਚਾ ਨਿਕਲ, ਆਂਡੇ ਦੀ ਹਸਤੀ ਖਤਮ, ਚੂਚਾ ਪੈਦਾ ਹੋ। ਸੋ ਇਹ ਹੈਗਾ ਵੀ ਜੇ ਮਿਕਦਾਰੀ ਤਬਦੀਲੀ ਤੇ ਸਿਫਤੀ ਤਬਦੀਲੀ। ਤੇ ਸਿਫਤੀ ਤਬਦੀਲੀ ਉਹ ਕਹਿੰਦੇ ਆ ਵੀ ਇਹ ਸਹਿਜ ਪਾ ਨਹੀਂ ਹੋ, ਇਹ ਗ੍ਰੈਜੂਅਲ ਨਹੀਂ ਹੋ, ਇਹ ਸਾਮੀ ਪੱਧਰੀ ਨਹੀਂ ਹੋ, ਇਹ ਤਰਥੱਲ ਭਰੀ ਹੋ ਕਿਸੇ ਨਾ ਕਿਸੇ ਰੂਪ ਦੇ, ਸੋ ਵਾਇਲੈਂਟ ਵੀ ਹੋ। ਤੇ ਇਹਦੇ ਵਿੱਚ ਤਾਕਤ ਨਾਲ, ਤਾਕਤ ਦਾ ਰੋਲ ਹੈ ਇਹਦੇ 'ਚ। ਸੋ ਇਸ ਕਰਕੇ ਕਾਰਲ ਮਾਰਕਸ ਨੇ ਕਿਹਾ ਸੀ ਵੀ ਫੋਰਸ ਇਜ਼ ਦੀ ਮਿਡਵਾਈਫ ਆਫ ਹਿਸਟਰੀ। ਉਹ ਦਾਈ ਦਾ ਕੰਮ ਕਰਦੀ ਹੈ ਜਿਹੜੀ ਤਾਕਤ ਹੈ। ਹੁਣ ਜਿਵੇਂ ਚੂਚਾ ਹੈ, ਉਹ ਜਿਹੜਾ ਆਂਡਾ ਹੈ, ਆਂਡੇ ਨੂੰ ਭੰਨਦੀ ਹੈ ਚੁੰਝ ਮਾਰ ਕੇ, ਤਾਂ ਉਹਦੇ ਵਿੱਚੋਂ ਉਹ ਨਿਕਲਦਾ। ਸੋ ਉਹ ਫਿਰ ਤਬਦੀਲੀ, ਉੱਥੇ ਉਹ ਤਾਕਤ ਦੀ ਵਰਤੋਂ ਆ। ਇਸ ਤਰ੍ਹਾਂ ਬੱਚਾ ਜਨਮ ਲੈਂਦਾ, 9 ਮਹੀਨੇ ਤਾਂ ਉਹ ਮਤਲਬ ਉਹਦੀ ਕੋਈ ਅੰਦਰੋਂ ਵਿਕਾਸ ਕਰ ਰਿਹਾ ਹੈ ਨਾ, ਭਰੂਣ ਨਹੀਂ। ਪਰ ਉਹ ਫਿਰ 9 ਮਹੀਨਿਆਂ ਬਾਅਦ ਉਹ ਜਨਮ ਲੈਂਦਾ। ਉਹ ਜਦੋਂ ਜਨਮ ਲੈਂਦਾ ਉਹ ਉੱਥੇ ਦਾਈ ਦੀ ਲੋੜ ਪੈਂਦੀ ਹੈ, ਉੱਥੇ ਫੋਰਸ ਚਾਹੀਦੀ ਹੈ। ਤੇ ਉਹ ਫਿਰ ਹੁੰਦਾ ਮਤਲਬ ਇੱਕਦਮ ਨਵਾਂ ਜੀ ਆ ਗਿਆ, ਹੈਂ, ਸਿਚੁਏਸ਼ਨ ਬਦਲ ਗਈ। ਸੋ ਇਹ ਇਹਨਾਂ ਦੀ ਜਿਹੜੀ ਸੀ ਨਾ, ਇਹ ਇਹਨਾਂ ਦਾ ਬੁਨਿਆਦ ਹੈ। ਹਰ ਚੀਜ਼ ਦੇ ਵਿੱਚ ਦੋ ਵਿਰੋਧੀ ਪੱਖ, ਉਹਨਾਂ 'ਚ ਸੰਘਰਸ਼, ਉਹ ਸੰਘਰਸ਼ ਨਾਲ ਤਬਦੀਲੀ ਦੋ ਕਿਸਮ ਦੀ, ਉਹਦੇ ਫਿਰ ਲੱਛਣ ਦੱਸਦੇ। ਹੁਣ ਇਸ ਫਲਸਫੇ ਦੇ ਸਿਧਾਂਤਾਂ ਨੂੰ ਉਹਨੇ ਜਾਂ ਧਾਰਨਾਵਾਂ ਨੂੰ ਕਾਰਲ ਮਾਰਕਸ ਨੇ ਕੀ ਕੀਤਾ, ਵਾਧੂ ਕੰਮ ਉਹਨੇ ਹਿਸਟਰੀ ਤੇ ਲਾਗੂ ਕਰਤਾ, ਸਮਾਜ ਤੇ, ਵੀ ਜਿੰਨੇ ਬਦਲਾਅ ਹੋਏ ਆ ਕੋਈ ਵੀ ਚੀਜ਼ ਸਭ ਕੁਝ, ਵੀ ਜਿਵੇਂ ਕੁਦਰਤ 'ਚ ਵਾਪਰ ਰਹੇ ਨੇ ਵਰਤਾਰੇ, ਸਮਾਜ ਦੇ ਵਿੱਚ ਵੀ ਐਵੇਂ ਹੈ। ਹਰ ਜਗ੍ਹਾ ਦੋ ਵਿਰੋਧੀ ਪੱਖ ਭਿੜ ਰਹੇ ਨੇ। ਇੱਥੇ ਦੋ ਵਿਰੋਧੀ ਪੱਖ, ਦੋ ਜਮਾਤਾਂ, ਮੁੱਢ ਤੋਂ ਲੈ ਕੇ ਗੁਲਾਮਦਾਰੀ ਦੇ ਯੁੱਗ ਤੋਂ ਲੈ ਕੇ ਪੂੰਜੀਵਾਦ ਤੱਕ ਹਰ ਜਗ੍ਹਾ ਜਗੀਰਦਾਰੀ 'ਚ ਜਗੀਰਦਾਰ ਹੈ, ਮੁਜਾਰਾ ਹੈ, ਗੁਲਾਮਦਾਰੀ 'ਚ ਗੁਲਾਮ ਹੈ, ਗੁਲਾਮ ਮਾਲਕ ਹੈ, ਪੂੰਜੀਵਾਦ 'ਚ ਮਜ਼ਦੂਰ ਹੈ ਤੇ ਸਰਮਾਏਦਾਰ ਹੈ। ਇਹ ਦੋਹੇ ਆਪਸ ਵਿੱਚ ਲਗਾਤਾਰ ਟਕਰਾਉਂਦੇ ਨੇ, ਦੋਹਾਂ ਦੇ ਹਿੱਤ ਟੱਕਰਦੇ ਨੇ।
ਉਹ ਕੁਛ ਚਿਰ ਤਾਂ ਉਹ ਚੱਲਦਾ ਸੰਘਰਸ਼ ਇੱਕ ਹੱਦਾਂ ਦੇ ਅੰਦਰ, ਜਦੋਂ ਮਿਕਦਾਰੀ ਤਬਦੀਲੀ ਚੱਲੀ ਜਾਂਦੀ ਹੈ ਪਰ ਉਹ ਸਿਫਤ ਨਹੀਂ ਬਦਲਦੀ, ਨਵਾਂ ਸਿਸਟਮ ਨਹੀਂ ਹੋਣ ਚਾਹੁੰਦਾ। ਸੋ ਇਹ ਕਹਿੰਦਾ ਵੀ ਫਿਰ ਇੱਕ ਸਟੇਜ ਆਉਂਦੀ ਹੈ ਜਦੋਂ ਤਾਕਤ ਆਉਂਦੀ ਹੈ। ਹਾਂ, ਜਦੋਂ ਫਿਰ ਉਹ ਵਾਇਲੈਂਟ ਰੂਪ ਧਾਰਨ ਕਰਦਾ ਹੈ। ਸੋ ਸਿਫਤੀ ਤਬਦੀਲੀ ਕੀ ਹੈ? ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਵੀ ਹਰ ਚੀਜ਼ 'ਚ ਦੋ ਪੱਖ ਨੇ, ਇੱਕ ਪ੍ਰਾਇਮਰੀ ਇੱਕ ਸੈਕੰਡਰੀ। ਸਿਫਤੀ ਤਬਦੀਲੀ ਇਹ ਹੈ ਵੀ ਜਿਹੜਾ ਕੱਲ ਸੈਕੰਡਰੀ ਸੀ ਉਹ ਪ੍ਰਾਇਮਰੀ ਬਣ ਜਾਂਦਾ, ਜਿਹੜਾ ਕੱਲ ਪ੍ਰਾਇਮਰੀ ਸੀ ਉਹ ਸੈਕੰਡਰੀ ਬਣ ਜਾਂਦਾ। ਸੋ ਜਿਵੇਂ ਇਹ ਹੈ ਕਿ ਜਿਹੜੇ ਮੁਜਾਰੇ ਸੀ ਇੱਕ ਮੌਕੇ ਉਹ ਸੈਕੰਡਰੀ ਸੀ, ਜਗੀਰਦਾਰ ਭਾਰੂ ਸੀ। ਸੋ ਉਹਨਾਂ ਨੇ ਫਿਰ ਕੀ ਕੀਤਾ, ਉਹ ਉਦੋਂ ਉਲਟ ਖੜਾ ਕਰਤਾ। ਉਹਨਾਂ ਦੀ ਤਾਕਤ ਇੰਨੀ ਬਣ ਗਈ, ਉਹਨਾਂ ਨੇ ਉਹ ਸਿਸਟਮ ਭੰਨਤਾ, ਮੁਜਾਰੇ ਮੁੱਖ ਤਾਕਤ ਬਣ ਗਏ ਤੇ ਜਿਹੜੇ ਜਗੀਰਦਾਰ ਉਹ ਥੱਲੇ ਆ ਗਏ ਸੈਕੰਡਰੀ। ਸੋ ਨਵਾਂ ਸਿਸਟਮ ਹੋਂਦ ਚ ਆ ਗਿਆ। ਇਸ ਤਰ੍ਹਾਂ ਪੂੰਜੀਵਾਦ ਆ ਗਿਆ। ਸੋ ਇਸ ਨੂੰ ਫਿਰ ਮਾਰਕਸ ਨੇ ਲਾਗੂ ਕੀਤਾ ਕਿ ਇਦੋਂ ਅੱਗੇ ਭਲਾ ਕੀ ਹੋ, ਕਿਉਂਕਿ ਸਾਰੇ ਇਤਿਹਾਸ ਦੀ ਉਹਨੇ ਵਿਆਖਿਆ ਐਂ ਕਰਤੀ। ਇਸੇ ਕਰਕੇ ਉਹਨੇ ਬੜੀ ਹੁੰਝਾ ਫਿਰ ਉਹ ਸਟੇਟਮੈਂਟ ਦਿੱਤੀ ਕਿ ਸਾਰਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ। ਸੋ ਇਹਦੇ 'ਚ ਕਿਸੇ ਪੈਗੰਬਰ ਦੀ, ਕਿਸੇ ਅਗੰਮੀ ਤਾਕਤ ਦੀ ਉਹਦਾ ਕੋਈ ਦਖਲ ਹੀ ਨਹੀਂ। ਜ਼ਿੰਦਗੀ ਦੀਆਂ ਆਹ ਠੋਸ ਹਾਲਤਾਂ, ਠੋਸ ਸੱਚਾਈਆਂ, ਉਹਦੇ ਵਿੱਚੋਂ ਸੰਘਰਸ਼ ਚੱਲੇ ਤੇ ਉਹਦੇ ਨਾਲ ਯੁੱਗ ਪਲਟਦੇ ਆਏ, ਰਾਜ ਪਲਟਦੇ ਆਏ ਤੇ ਸਿਸਟਮ ਪਲਟਦੇ ਆਏ। ਤੇ ਉਹ ਆ ਕੇ ਹੁਣ ਗੱਲ ਖੜ ਗਈ ਪੂੰਜੀਵਾਦ ਤੇ। ਇਹ ਫਿਰ ਉਹਨੇ ਜਦੋਂ ਮੀਟਰ ਲਾਗੂ ਕੀਤਾ ਨਾ ਆਪਦਾ ਸਾਰਾ, ਉਹਨੇ ਜਿਵੇਂ ਮੈਥੇਮੈਟਿਕਸ ਦੀ ਜਾਂ ਜਿਓਮੈਟਰੀ ਦੀ ਆਪਾਂ ਥਿਓਰਮ ਜਾਂ ਪ੍ਰਪੋਜੀਸ਼ਨ ਦੱਸਦੇ ਹੁੰਦੇ ਆ, ਉਹਨੇ ਸਿੱਧ ਕਰਤਾ। ਕਹਿੰਦਾ ਵੀ ਵਟ ਨੈਕਸਟ, ਇਦੋਂ ਬਾਅਦ ਕੀ? ਇਦੋਂ ਬਾਅਦ ਕਹਿੰਦਾ ਇਹ ਜਿਹੜੀ ਮਜ਼ਦੂਰ ਜਮਾਤ ਅੱਜ ਮਤਹਿਤ ਹੈ, ਅੱਜ ਉਹ ਸਵਾਰਡੀਨੇਟ ਹੈ ਤੇ ਜਿਹੜਾ ਸਰਮਾਏਦਾਰ ਹੈ ਉਹ ਬੌਸ ਹੈ, ਇਹ ਸਿਰਪਰਨੇ ਹੋਣਾ ਹੈ। ਇਹ ਜਿਹੜੀ ਮਜ਼ਦੂਰ ਜਮਾਤ ਅੱਜ ਸਬਆਰਡੀਨੇਟ ਹੈ, ਇਹਨੇ ਬੌਸ ਬਣਨਾ ਹੈ, ਇਹਨੇ ਰਾਜ ਕਰਨਾ ਹੈ। ਤੇ ਉਹ ਫਿਰ ਉਹ ਕੀ ਹੋਊਗਾ? ਉਹ ਪੂੰਜੀਵਾਦ ਨਹੀਂ ਹੋਊ, ਉਹ ਕੁਆਲੀਟੇਟਿਵਲੀ ਸਿਫਤੀ ਤੌਰ ਤੇ ਨਵਾਂ ਰਾਜ ਪ੍ਰਬੰਧ ਹੋਊ, ਉਹ ਹੋਊ ਕਮਿਊਨਿਜ਼ਮ। ਸੋ ਹੁਣ ਇਹ ਜਦੋਂ ਗੱਲਾਂ ਇਹ ਹੁਣ ਮੈਂ ਤਾਂ ਤੁਹਾਨੂੰ ਕੁਝ ਮਿੰਟਾਂ 'ਚ ਸਮਝਾਤੀਆਂ ਨਾ। ਇਹ ਜਿਹੜੇ ਬੰਦੇ ਟ੍ਰੇਨਡ ਕੀਤੇ ਉਹਨਾਂ ਨੇ ਰੂਸ ਦੇ ਵਿੱਚ ਇੱਕ ਯੂਨੀਵਰਸਿਟੀ ਖੋਲ੍ਹੀ, ਈਸਟ ਦੇ ਲੋਕਾਂ ਲਈ ਯੂਨੀਵਰਸਿਟੀ, ਜਿੱਥੋਂ ਫਿਰ ਇਹਨਾਂ ਦੇਸ਼ਾਂ 'ਚੋਂ ਬੰਦੇ ਜਾਂਦੇ ਸੀ ਤੇ ਉੱਥੇ ਕਈ ਮਹੀਨੇ ਜਾਂ ਕਈ ਸਾਲ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ। ਉਹਨਾਂ ਦੇ ਸਾਰੇ ਦਿਮਾਗ ਬ੍ਰੇਨ ਵਾਸ਼ ਕੀਤੇ ਜਾਂਦੇ ਸੀ। ਉੱਥੋਂ ਫਿਰ ਉਹ ਸਿੱਖ ਕੇ ਉਹ ਟ੍ਰੇਨਡ ਹੁੰਦੇ ਸੀ, ਜਿਵੇਂ ਆਪਾਂ ਪ੍ਰਚਾਰਕ ਨਹੀਂ ਟ੍ਰੇਨਡ ਕਰਦੇ ਹਾਂ ਮਿਸ਼ਨਰੀ ਕਾਲਜਾਂ 'ਚ, ਹੈ ਨਾ, ਜਾਂ ਜਿਹੜੇ ਈਸਾਈ ਨੇ ਉਹ ਆਪਦੇ ਕਰਦੇ ਨੇ, ਹਰ ਧਰਮ ਹੀ ਕਰਦਾ। ਤੇ ਇਸ ਤਰ੍ਹਾਂ ਇਹਨਾਂ ਦਾ ਸੋ ਮਾਸਕੋ ਮੱਕਾ ਸੀ, ਆਪਾਂ ਬਾਅਦ 'ਚ ਗੱਲ ਕਰਾਂਗੇ ਇਹਨਾਂ ਦੇ ਮੱਕੇ ਕਿਵੇਂ ਬਣੇ। ਪਰ ਧਰਮ ਤੋਂ ਇਹ ਮੁਕਤ ਨਹੀਂ ਹੋਇਆ, ਆਪਾਂ ਬਾਅਦ 'ਚ ਗੱਲ ਕਰਾਂਗੇ। ਹਰ ਚੀਜ਼ ਧਰਮ ਦੀ ਨਕਲ ਹੈ, ਧਰਮ ਵਾਂਗੂ ਹੀ ਚੱਲਦੇ ਨੇ। ਇਹਨਾਂ ਦੇ ਵੀ ਪੈਗੰਬਰ ਨੇ, ਇਹਨਾਂ ਦਾ ਵੀ ਰੱਬ ਜਿੰਨਾ ਹੀ ਵਿਸ਼ਵਾਸ ਆਪਦੇ ਪੈਗੰਬਰਾਂ 'ਚ, ਉਨੀ ਸ਼ਰਧਾ ਹੈ, ਉਵੇਂ ਹੀ ਅੰਧ ਵਿਸ਼ਵਾਸ ਹੈ, ਉਨੀ ਕੱਟੜਤਾ, ਮੰਨਣ ਦਾ ਤਰੀਕਾ ਹੋਰ ਆ, ਬਸ ਉਹਨੂੰ ਸ਼ਬਦ ਹੋਰ ਦੇਣੇ ਹੈ। ਸੋ ਉਹ ਇੰਨਾ ਕੁ ਫਰਕ ਹੈਗਾ। ਸੋ ਇਹ ਜਿਹੜਾ ਸੀਗਾ ਨਾ, ਮਤਲਬ ਵੀ ਜਦੋਂ ਐਂ ਸਮਝਾਉਂਦੇ ਸੀ ਉਹ ਵੀ ਹੁਣ ਅੱਗੇ ਤਾਂ ਕੋਈ ਰੌਲਾ ਹੀ ਕੋਈ ਨਹੀਂ, ਭਵਿੱਖ ਕਿਹਦਾ? ਮਜ਼ਦੂਰ ਜਮਾਤ ਦਾ। ਹੁਣ ਮਜ਼ਦੂਰ ਜਮਾਤ ਨੇ ਆਉਣਾ। ਪਰ ਨਾਲ ਉਹਨੇ ਇਹ ਕਹਿਤਾ, ਕਾਰਲ ਮਾਰਕਸ ਨੇ, ਕਹਿੰਦਾ ਜਿਹੜੀ ਮਜ਼ਦੂਰ ਜਮਾਤ ਹੈ ਉਹ ਆਪਦੇ ਆਪ ਨਹੀਂ ਲੜਾਈ ਲੜ ਸਕਦੀ ਜਾਂ ਰਾਜ ਪਲਟ ਸਕਦੀ। ਉਹ ਆਪਦੇ ਐਡਵਾਂਸਡ ਗਾਰਡ, ਰਾਵਲ ਦਸਤਾ, ਵੈਨਗਾਰਡ, ਉਹਦੇ ਰਾਹੀਂ ਲੜਦੀ ਹੈ। ਉਹ ਵੈਨਗਾਰਡ ਕੌਣ ਹੈ? ਉਹ ਜਿਹੜੇ ਬਹੁਤ ਪ੍ਰਬੁੱਧ ਹਿੱਸੇ ਹੈ, ਜਿਨ੍ਹਾਂ ਦੇ ਦਿਮਾਗ ਰੁਸ਼ਨਾਏ ਹੋਏ ਹੈ, ਐਨਲਾਈਟਨਡ, ਉਹ ਉਹਨਾਂ ਰਾਹੀਂ ਆਪਦੀ ਤਾਕਤ ਐਕਸਰਸਾਈਜ਼ ਕਰਦੀ ਹੈ। ਉਹ ਕੌਣ? ਉਹ ਕਮਿਊਨਿਸਟ। ਸੋ ਮਜ਼ਦੂਰ ਜਮਾਤ ਆਪਦੀ ਤਾਕਤ ਨੂੰ ਕਮਿਊਨਿਸਟ ਪਾਰਟੀ ਰਾਹੀਂ ਲਾਗੂ ਕਰਦੀ। ਸੋ ਇਸ ਪੱਖੋਂ ਜਿਹੜੀ ਕਮਿਊਨਿਸਟ ਪਾਰਟੀ ਹੈ ਉਹ, ਜਾਂ ਜਿਹੜੇ ਕਮਿਊਨਿਸਟ ਨੇ, ਦੇ ਆਰ ਐਨਲਾਈਟਨਡ ਏਜੰਟਸ ਆਫ ਹਿਸਟਰੀ। ਵੀ ਇਤਿਹਾਸ ਨੂੰ ਉਹਨਾਂ ਨੇ ਅੱਗੇ ਲਿਜਾਣਾ ਹੈ। ਮਤਲਬ ਇਹ ਜਾਤਾ ਵੀ ਸਾਰਾ ਵਿਕਾਸ ਕਿਵੇਂ ਹੋਇਆ, ਵੀ ਪਿੱਛੇ ਤੋਂ ਅੱਗੇ ਵੱਲ ਨੂੰ ਇਤਿਹਾਸ ਜਾ ਰਿਹਾ ਹੈ ਨਾ। ਬਿਲਕੁਲ ਪਹਿਲੇ ਜਿਹੜੇ ਹੋਰ ਪਛੜਿਆ, ਉਦੋਂ ਬਾਅਦ ਇੱਕ ਨਵਾਂ ਆ ਗਿਆ ਸਿਸਟਮ, ਉਹਦੇ 'ਚ ਵੀ ਪ੍ਰੋਬਲਮ ਆ, ਉਦੋਂ ਬਾਅਦ ਹੋਰ ਆ ਗਿਆ। ਅਖੀਰ ਨੂੰ ਫਿਰ ਜਿਹੜਾ ਕਮਿਊਨਿਜ਼ਮ, ਜਿੱਥੇ ਜਾ ਕੇ ਸਾਰੀਆਂ ਸਮੱਸਿਆਵਾਂ ਇਹ ਖਤਮ ਹੋ ਜਾਣੀਆਂ। ਬਸ ਸਵਰਗ ਜਿਵੇਂ ਹੈਗਾ ਨਾ ਇੱਕ, ਉਹ ਸਵਰਗ ਦਾ ਹੀ ਇੱਕ ਉਹਨਾਂ ਨੇ ਆਪਦੇ ਹਿਸਾਬ ਨਾਲ ਵਿਆਖਿਆ ਕਰਤੀ। ਤੇ ਪਰ ਇਹ ਕਰਨਗੇ ਕੌਣ?
ਇਹ ਮਜ਼ਦੂਰ ਜਮਾਤ ਆਪਦੇ ਆਪ ਨਹੀਂ ਕਰੂ, ਉਹ ਆਪਦੀ ਵਿਲ ਨੂੰ, ਆਪਦੇ ਇਰਾਦੇ ਨੂੰ ਲਾਗੂ ਕਰੂ ਜਾਂ ਪ੍ਰਗਟ ਕਰੂ ਆਪਦੀ ਪਾਰਟੀ ਰਾਹੀਂ। ਉਹ ਪਾਰਟੀ ਕਮਿਊਨਿਸਟ ਪਾਰਟੀ। ਸੋ ਇਸ ਕਰਕੇ ਜਿਹੜੇ ਕਮਿਊਨਿਸਟ ਨੇ ਉਹ ਉਸ ਸਮੇਂ ਦੇ ਸਭ ਤੋਂ ਐਨਲਾਈਟਨਡ ਮਾਈਂਡ ਹੁੰਦੇ, ਪ੍ਰਬੁੱਧ ਵਿਅਕਤੀ, ਤੇ ਉਹ ਇਤਿਹਾਸਕ ਰੋਲ ਨਿਭਾ ਰਹੇ ਹੁੰਦੇ ਆ। ਉਹ ਇਤਿਹਾਸ ਦੇ ਉਸਰਈਏ ਹੈ ਤੇ ਉਹ ਇਤਿਹਾਸ ਨੂੰ ਅੱਗੇ ਲੈ ਕੇ ਜਾ ਰਿਹਾ। ਤੇ ਇਹ ਜਿਹੜਾ ਵਿਕਾਸ ਹੋਇਆ ਉਹ ਇਹ ਹੈ ਕਿ ਇਤਿਹਾਸ ਦਾ ਪਹੀਆ ਲਗਾਤਾਰ ਅੱਗੇ ਨੂੰ ਘੁੰਮ ਰਿਹਾ। ਬਿਲਕੁਲ। ਤੇ ਜਿਹੜੇ ਧਰਮ ਵਾਲੇ ਨੂੰ ਪਿੱਛੇ ਮੋੜਨਾ ਚਾਹੁੰਦੇ ਨੇ ਤੇ ਇਹ ਅੱਗੇ ਲੈ ਕੇ ਜਾਣਾ। ਹੁਣ ਇਹ ਜਦੋਂ ਅਗਲਾ ਵਿਆਖਿਆ ਦਿੰਦਾ ਯਾਰ, ਇੱਕ ਬੰਦੇ ਇਤਿਹਾਸ ਦੇ ਪਹੀਏ ਨੂੰ ਅੱਗੇ ਲਿਜਾਣ ਵਾਲੇ, ਇੱਕ ਪਿੱਛੇ ਖਿੱਚਣ ਵਾਲੇ, ਉਹ ਜਿਹੜਾ ਅੱਲੜ ਮਨ ਹੁੰਦਾ ਜਦੋਂ ਜੋ ਉਹਨਾਂ ਗਿਆਨ ਨਹੀਂ ਹੈ ਨਾ, ਇੱਕ ਜੋਸ਼ ਹੈਗਾ, ਉਹ ਜਦੋਂ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਸੁਣਦਾ ਹੈ ਤੇ ਉਹਦੇ ਉੱਤੇ ਅਸਰ ਹੁੰਦਾ ਇਸ ਗੱਲ ਦਾ, ਉਹ ਕਨਵਿੰਸ ਹੋ ਜਾਂਦਾ, ਉਹਨੂੰ ਇੱਕ ਬੜੇ ਦਿਖਾਏ ਜਾਂਦੇ ਨੇ ਵੀ ਚਮਤਕਾਰ ਵਾਪਰਦੇ। ਫਿਰ ਉਦੋਂ ਮਤਲਬ ਜਦੋਂ ਅਸੀਂ ਆਏ ਹਾਂ ਉਦੋਂ 2 ਇਨਕਲਾਬ ਵੱਡੇ 3 ਵਾਪਰ ਗਏ ਸੀ। ਰੂਸ ਦਾ ਇਨਕਲਾਬ, ਚੀਨ ਦਾ ਆਪਾਂ ਬਾਅਦ ਚ ਗੱਲ ਕਰਾਂਗੇ ਉਹ ਕੀ ਸੀਗੇ, ਜਾਂ ਕਿਊਬਾ ਦੇ ਵਿੱਚ, ਤੇ ਬਾਕੀ ਸਾਰੇ ਥਾਵਾਂ ਤੇ ਸਟਰਗਲ ਚੱਲ ਰਹੀ ਸੀ। ਐਂ ਲੱਗ ਰਿਹਾ ਸੀ ਵੀ ਬਸ ਇਨਕਲਾਬ ਤਾਂ ਆਇਆ ਕਾਇਆ, ਕਿਉਂਕਿ ਜਿਹੜਾ ਇਨਕਲਾਬ ਦਾ ਇਹਨੇ ਸੰਕਲਪ ਦਿੱਤਾ ਕਾਰਲ ਮਾਰਕਸ ਨੇ, ਉਹ ਸੀ ਵਰਲਡ ਰੈਵੋਲੂਸ਼ਨ। ਇਕੱਲੇ ਇੱਕ ਦੇਸ਼ 'ਚ ਨਹੀਂ ਕਹਿੰਦਾ ਰਾਜ ਟਿਕ ਸਕਦਾ, ਸਮਾਜਵਾਦ ਇੱਕ ਦੇਸ਼ 'ਚ ਟਿਕ ਹੀ ਨਹੀਂ ਸਕਦਾ। ਉਹਦੇ ਆਰਥਿਕ ਕਾਰਨ ਵੀ ਹੈ ਤੇ ਉਹ ਫੌਜੀ ਨੁਕਤਾ ਨਿਗਾਹ ਤੋਂ ਵੀ ਸਾਮਰਾਜਵਾਦ ਕਦੇ ਇੱਕ ਦੇਸ਼ 'ਚ ਟਿਕਣ ਦੇਊਗਾ ਹੀ ਨਹੀਂ। ਸੋ ਇਹ ਸਾਰਾ ਵਰਲਡ ਰੈਵੋਲੂਸ਼ਨ ਆਊ ਇਕੱਠਾ, ਤੇ ਵਰਲਡ ਤੋਂ ਉਹਨਾਂ ਦਾ ਭਾਵ, ਸੰਸਾਰ ਤੋਂ ਉਹਨਾਂ ਦਾ ਭਾਵ ਪੱਛਮੀ ਯੂਰਪੀ ਸੀ, ਪੱਛਮੀ ਸੀ ਬਸ। ਇਸ ਕਰਕੇ ਜਿਹੜਾ ਮਾਰਕਸਵਾਦ ਹੈ ਇਹਨੂੰ ਯੂਰੋਸੈਂਟਰਿਕ ਕਹਿੰਦੇ ਆ। ਇਹ ਯੂਰਪ ਦਾ ਹੀ ਸਿਧਾਂਤ ਹੈ, ਇਹਦੇ ਸਾਹਮਣੇ ਯੂਰਪ ਹੀ ਆ, ਤੇ ਯੂਰਪ ਨੂੰ ਦੁਨੀਆ ਮੰਨ ਕੇ ਚੱਲਦੇ ਸੀ ਵੀ ਬਾਕੀ ਤਾਂ ਉਹ ਤਾਂ ਬੰਦੇ ਜਿਹੜੇ ਨੇ ਉਹ ਤਾਂ ਬੜੇ ਜਾਹਲ ਲੋਕ ਆ ਜੀ, ਉਹ ਤਾਂ ਪਿੱਛੇ ਕਿਤੇ ਜਿਉਂ ਰਹੇ ਨੇ, ਉਹਨਾਂ ਨੂੰ ਤਾਂ ਲਿਆਉਣਾ ਪਊ। ਸੋ ਕਾਰਲ ਮਾਰਕਸ ਨੇ ਮਤਲਬ ਇੱਥੋਂ ਤੱਕ, ਉਂਝ ਠੀਕ ਆ, ਉਹਦੀ ਸਾਰੀ ਦੁਨੀਆ ਦੇ ਮਜ਼ਲੂਮਾਂ ਨਾਲ ਬੜੀ ਹਮਦਰਦੀ ਸੀਗੀ ਤੇ ਉਹਨਾਂ ਨੂੰ ਉਹ ਮੁਕਤ ਵੀ ਕਰਨਾ ਚਾਹੁੰਦਾ ਸੀ, ਪਰ ਉਹ ਇਹ ਦੇਖ ਰਿਹਾ ਸੀ ਵੀ ਜਿਹੜਾ ਪੱਛਮ ਹੈ ਜਿੱਥੇ ਜਾ ਕੇ ਆਪਦਾ ਰਾਜ ਸਥਾਪਿਤ ਕਰਦੇ, ਜਿਵੇਂ ਹਿੰਦੁਸਤਾਨ 'ਚ, ਇੰਡੀਆ ਦੇ ਵਿੱਚ, ਮਤਲਬ ਉਹ ਉਹਨਾਂ ਨੂੰ ਉਹਦੇ 'ਚੋਂ ਕੱਢ ਰਹੇ ਨੇ, ਅਧਿਕਾਰ 'ਚੋਂ, ਮੱਧ ਯੁੱਗ 'ਚੋਂ, ਸਿਥਲਤਾ 'ਚੋਂ। ਨਹੀਂ, ਉਹਨਾਂ ਨੇ ਉਵੇਂ ਹੀ ਜਿਉਂ ਹੀ ਜਾਣਾ ਸੀ। ਸੋ ਇਹਨਾਂ ਨੇ ਕਹਿੰਦਾ ਜਾ ਕੇ ਉਹਨਾਂ ਨੂੰ ਜਗਾਇਆ ਹੈ, ਇੱਕ ਪਰਉਪਕਾਰ ਵੀ ਕੀਤਾ ਇਹਨਾਂ ਤੇ, ਸਰੇਆਮ ਲਿਖਿਆ ਹੋਇਆ ਮਤਲਬ ਹੁੰਦਾ ਹੈ। ਸੋ ਇਹ ਫਿਰ ਜਿੰਨੇ ਵੀ ਇਹ ਸਾਮਰਾਜੀ ਆ ਉਹਨਾਂ ਦੇ ਵੀ ਇਹ ਸੀ ਜਿਹਨੂੰ ਵਾਈਟ ਮੈਨਸ ਬਰਡਨ ਕਹਿੰਦੇ ਆ, ਵੀ ਸਾਨੂੰ ਤਾਂ ਜਾ ਕੇ ਸਗੋਂ ਉਹਨਾਂ ਦੇ ਪਰਉਪਕਾਰ ਵਾਸਤੇ ਕਿੰਨੀਆਂ ਬਿਪਤਾਵਾਂ ਚੱਲਣੀਆਂ ਪੈਂਦੀਆਂ। ਤੇ ਜਿਹੋ ਜਿਹਾ ਇਹਨਾਂ ਦਾ ਅਮਲ ਹੈ, ਜਿਹੋ ਜਿਹੀ ਇਹਨਾਂ ਦੀ ਸੋਚ ਹੈ, ਕੀ ਤੁਸੀਂ 40-50 ਸਾਲ ਦੇ ਦੌਰਾਨ ਜਾਂ 60 ਸਾਲ ਦੇ ਦੌਰਾਨ ਉਹ ਬਦਲਾਅ ਦੇਖਿਆ ਇਹੋ ਜਿਹਾ? ਨਹੀਂ, ਬਦਲਾਅ ਤਾਂ ਮੈਂ ਦੇਖਿਆ ਸਮਾਜਿਕ ਤੌਰ ਤੇ। ਹਾਂ। ਕਿਹੋ ਜਿਹਾ ਬਦਲਾਅ? ਨਹੀਂ, ਉਹ ਆਪਾਂ ਖੈਰ ਬਾਅਦ ਚ ਕਰਾਂਗੇ। ਹੁਣ ਜਿਹੜਾ ਪਹਿਲਾ ਆਹ ਜਿਹੜਾ ਹੈਗਾ ਨਾ, ਕੁਛ ਗੱਲਾਂ ਇਹਦੀਆਂ, ਇਹਨਾਂ ਦੀ ਫਲਸਫੇ ਦੀਆਂ, ਉਹ ਇਹਨਾਂ ਦਾ ਇੱਕ ਜਿਹੜਾ ਹੋਰ ਪੁਆਇੰਟ ਜਿਹੜਾ ਇਹਨਾਂ ਦਾ, ਕਹਿੰਦੇ ਹਰ ਚੀਜ਼ ਦੇ ਜਿਹੜੇ ਕਾਰਨ ਹੈ, ਕਾਰਨ ਤੋਂ ਬਿਨਾਂ ਕੋਈ ਚੀਜ਼ ਵਾਪਰਦੀ ਨਹੀਂ। ਕਾਜ਼ ਐਂਡ ਇਫੈਕਟ, ਹਰ ਚੀਜ਼ ਦਾ ਕੋਈ ਕਾਰਨ ਹੈ, ਜਿਹੜਾ ਬਦਲਾਅ ਆਉਂਦਾ ਉਹਦਾ ਇਫੈਕਟ ਹੈ। ਇਹ ਫਿਰ 2 ਆਪੋਜਿਟ ਬਾਈਨਰੀਜ਼ ਹੈ ਨਾ। ਸੋ ਜਿਹੜਾ ਕਾਜ਼ ਹੈ ਉਹ ਪ੍ਰਾਇਮਰੀ ਹੈ, ਪਹਿਲਾਂ ਉਹਨੂੰ ਬੁੱਝੋ। ਅੱਛਾ, ਜੇ ਤੁਸੀਂ ਚੀਜ਼ ਦਾ ਕਾਰਨ ਲੱਭ ਲਿਆ, ਫਿਰ ਤੁਸੀਂ ਭਵਿੱਖ ਦਾ ਪੂਰਾ ਅਨੁਮਾਨ ਲਾ ਲਓ ਵੀ ਇਹ 'ਚੋਂ ਕੀ ਨਿਕਲੂ। ਸੋ ਇਹ ਜਿਹੜੀਆਂ ਸੀ ਨਾ, ਇੱਕ ਥਿਓਰਮਾਂ ਜਿਵੇਂ ਹੁੰਦੀਆਂ ਹੈ ਨਾ, ਮੈਥੇਮੈਟਿਕਲ, ਸੋ ਇਹ ਇਹਨਾਂ ਨੇ ਫਿਰ ਬਣਾਤੇ ਲਾਜ਼ ਆਫ ਹਿਸਟਰੀ, ਜਿਵੇਂ ਲਾਜ਼ ਆਫ ਫਿਜ਼ਿਕਸ ਨਹੀਂ, ਲਾਜ਼ ਆਫ ਮੋਸ਼ਨ, ਲਾ ਆਫ ਗ੍ਰੈਵਿਟੀ ਹੈ ਨਾ, ਇਸ ਤਰ੍ਹਾਂ ਸਾਇੰਸ ਦੇ, ਨੈਚੁਰਲ ਸਾਇੰਸ ਦੇ ਵਿੱਚ ਉਹ ਸਾਰੇ ਲਾ ਹੈ। ਹੁਣ ਉਹ ਤਾਂ ਨੈਚੁਰਲ ਸਾਇੰਸਿਸ ਹੈ, ਉੱਥੇ ਮਨੁੱਖ ਨਹੀਂ ਕਿਤੇ। ਇਹਨਾਂ ਨੇ ਉਹ ਮਨੁੱਖਾਂ ਤੇ ਮਤਲਬ ਲਾਜ਼ ਆਫ ਹਿਸਟਰੀ ਕਹਿੰਦੇ, ਜਦੋਂ ਅਸੀਂ ਫਿਰ ਉਹ ਨਿਯਮ ਬੁੱਝ ਲਏ ਤੇ ਸਾਡੇ ਵਾਸਤੇ ਕੋਈ ਵੀ ਚੀਜ਼ ਬੁਝਾਰਤ ਰਹੀ ਨਹੀਂ ਗਈ। ਅਸੀਂ ਉਹ ਨਿਯਮਾਂ ਤੇ ਇੱਕ ਵਾਰ ਤੁਹਾਡੀ ਪਕੜ ਬਣ ਜੇ ਮਾਰਕਸਵਾਦ ਤੇ, ਫਿਰ ਤੁਸੀਂ ਹਰ ਚੀਜ਼ ਦਾ ਹੱਲ। ਹੁਣ ਇਹਦੇ ਨਾਲ ਕੀ ਹੁੰਦਾ, ਤੁਸੀਂ ਦੇਖੋ ਵੀ ਜਦੋਂ ਬੰਦੇ ਕੋਲੇ ਇਹ ਆਉਂਦੀ ਆ ਗੱਲ ਕਿ ਯਾਰ ਮੈਨੂੰ ਤਾਂ ਚਾਨਣ ਹੋ ਗਿਆ ਸਾਰੀ ਚੀਜ਼ ਦਾ, ਮੈਂ ਹਰ ਚੀਜ਼ ਦਾ ਮੈਂ ਅੰਦਾਜ਼ਾ ਲਾ ਸਕਦਾ, ਮੈਂ ਉਹਦੇ ਕਾਰਨ ਬੁੱਝ ਸਕਦਾ, ਮੈਂ ਉਹਦੇ ਪ੍ਰਭਾਵ ਕੀ ਪੈਣਗੇ ਮੈਂ ਉਹ ਦੇਖ ਸਕਦਾ। ਸੋ ਉਹਦੇ ਨਾਲ ਕੀ ਆਉਂਦਾ ਕਿ ਇੱਕ ਜਿਹੜੀ ਹਉਮ ਹੈ, ਗਿਆਨ ਹਉਮ, ਉਹ ਫਿਰ ਤੁਹਾਨੂੰ ਦੂਜੇ ਬੰਦੇ ਤਾਂ ਨਾ ਜਾਹਲ ਤੇ ਕੀੜੀਆਂ ਮਕੌੜੀਆਂ ਲੱਗਣ, ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ, ਪਤਾ ਕੱਖ। ਮਤਲਬ ਮੈਂ ਆਪਦੇ ਅਨੁਭਵ ਚੋਂ ਦੱਸ ਰਿਹਾ, ਜਦੋਂ ਅਸੀਂ ਪਹਿਲੇ ਦਿਨ ਇਹ ਗੱਲਾਂ ਸੁਣੀਆਂ ਤੇ ਸਵੇਰ ਨੂੰ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ। ਐਂ ਸੀ ਵੀ ਦੂਜਿਆਂ ਨੂੰ ਵੀ ਦੱਸੀਏ ਯਾਰ ਕੁਛ ਵੀ, ਤੁਸੀਂ ਤਾਂ ਕਿੱਥੇ ਫਿਰਦੇ ਹੋ ਯਾਰ, ਗੱਲਾਂ ਤਾਂ ਆ। ਤੇ ਉਹ ਕਈ ਘੰਟਿਆਂ 'ਚ ਉਹ ਦੱਸਦੇ ਨੇ, ਅਨੇਕਾਂ ਉਹਦੀਆਂ ਫਿਰ ਉਦਾਹਰਨਾਂ, ਦ੍ਰਿਸ਼ਟਾਂਤ ਦੇ ਕੇ ਇਹ ਸਾਰੀਆਂ ਚੀਜ਼ਾਂ।
ਸੋ ਇਹਦੇ 'ਚ ਇੱਕ ਹੈਗਾ ਕਾਜ਼ ਐਂਡ ਇਫੈਕਟ, ਇੱਕ ਹੈਗਾ ਫਾਰਮ ਐਂਡ ਕੰਟੈਂਟ। ਇੱਕ ਚੀਜ਼ ਦਾ ਕੋਈ ਸਰੂਪ ਹੈ, ਇੱਕ ਉਹਦਾ ਅੰਤਰੀਵ ਤੱਤ ਹੈ। ਇਹ ਕਹਿੰਦੇ ਵੀ ਜਿਹੜਾ ਤੱਤ ਹੈ ਉਹ ਪ੍ਰਾਇਮਰੀ ਹੈ, ਜਿਹੜੀ ਫਾਰਮ ਹੈ ਉਹ ਸੈਕੰਡਰੀ ਹੈ। ਹੁਣ ਜਦੋਂ ਸਿੱਖ ਧਰਮ ਤੇ ਇਹ ਲਾਗੂ ਕਰਦੇ ਨੇ, ਉਹ ਇਹ ਕਹਿੰਦੇ ਨੇ ਵੀ ਜਿਹੜੇ ਸਿੱਖ ਧਰਮ ਦੇ ਸਿਧਾਂਤ ਹੈ, ਅਸੂਲ ਹੈ, ਉਹ ਪ੍ਰਾਇਮਰੀ ਹੈ, ਜਿਹੜਾ ਸਰੂਪ ਹੈ ਜਾਂ ਜਿਹੜੀ ਮਰਿਆਦਾ ਹੈ, ਜੋ ਰਿਚੁਅਲਸ ਨੇ, ਇਹ ਸੈਕੰਡਰੀ ਹੈ। ਸੋ ਸਿੱਖ ਹੋਣ ਦਾ ਮਤਲਬ ਉਹਦੇ ਅੰਤਰੀਵ ਸਿਧਾਂਤਾਂ ਨੂੰ ਮੰਨਣਾ, ਬਾਕੀ ਗੱਲ ਫਜ਼ੂਲ ਹੈ। ਉਹਦੀ ਵਿਆਖਿਆ ਹੈ ਫਾਰਮ ਐਂਡ ਕੰਟੈਂਟ, ਵੀ ਹਰ ਵੇਲੇ ਹਰ ਮਸਲੇ 'ਚ ਜਿਹੜੀ ਕੰਟੈਂਟ ਹੈ ਉਹ ਪ੍ਰਾਇਮਰੀ ਹੈ, ਫਾਰਮ ਸੈਕੰਡਰੀ ਹੈ। ਫਾਰਮ 'ਚ ਨਾ ਉਲਝੋ, ਹਰ ਚੀਜ਼ ਨੂੰ ਇਦਾਂ ਹੀ ਦੇਖਦੇ ਆ, ਹਰ ਚੀਜ਼ ਨੂੰ ਇਦਾਂ ਦੇਖਦੇ ਆ। ਸੋ ਉਹਦੇ 'ਚ ਫਿਰ ਇਹ ਕਹਿੰਦੇ ਨੇ ਕਿ ਇਹ ਜਿਹੜੀ ਵਿਚਾਰਧਾਰਾ ਇਹ ਪਹਿਲੀ ਵਾਰ ਕਹਿੰਦੇ ਇਤਿਹਾਸ 'ਚ ਵਾਪਰਿਆ ਜਦੋਂ ਇੱਕ ਵਿਗਿਆਨਕ ਵਿਚਾਰਧਾਰਾ ਆ ਗਈ। ਪਹਿਲੀਆਂ ਸਾਰੀਆਂ ਵਿਚਾਰਧਾਰਾਂ 'ਚ ਕਮੀਆਂ ਤੇ ਊਣਤਾਈਆਂ ਸੀ ਕਿ ਉਹ ਵਿਗਿਆਨਕ ਨਹੀਂ ਸੀ। ਇੱਥੇ ਜੋ ਗੱਲ ਕਹੀ ਹੈ, ਜੋ ਨਿਯਮ ਬੁੱਝੇ ਗਏ ਨੇ, ਉਹ ਸਾਰਾ ਉਹਦਾ ਸਟੱਡੀ ਕਰਕੇ, ਇਤਿਹਾਸ ਦਾ ਵਾਪਰ ਰਹੇ ਸਾਰੇ ਘਟਨਾਕ੍ਰਮ ਦਾ ਲੇਖਾ ਜੋਖਾ ਕਰਕੇ, ਮੁਲਾਂਕਣ ਕਰਕੇ, ਉਹਦੇ 'ਚੋਂ ਅਸੀਂ ਆਹ ਚੀਜ਼ਾਂ ਬੁੱਝ ਲਈਆਂ। ਸੋ ਇਹ ਇੱਕ ਵਿਗਿਆਨਕ ਵਿਚਾਰਧਾਰਾ, ਇਹ ਕੋਈ ਖਿਆਲੀ ਨਹੀਂ ਗੱਲ। ਹੁਣ ਜਦੋਂ ਬੰਦੇ ਨੂੰ ਇਹ ਲੱਗਦਾ ਮੇਰੇ ਕੋਲ ਤਾਂ ਵਿਗਿਆਨਕ ਵਿਚਾਰਧਾਰਾ ਹੈ, ਵੀ ਧਰਮ ਜਿਹੜਾ ਉਹ ਤਾਂ ਇੱਕ ਵਿਸ਼ਵਾਸ ਹੀ ਹੈ, ਅੰਧ ਵਿਸ਼ਵਾਸ, ਤੇ ਇਹ ਤਾਂ ਇੱਕ ਵਿਗਿਆਨਕ ਵਿਚਾਰਧਾਰਾ ਹੈ, ਤੇ ਇਹਦੇ 'ਚ ਤਾਂ ਕੋਈ ਗਲਤ ਗੱਲ ਦਾ ਤਾਂ ਮਤਲਬ ਕੋਈ ਸਕੋਪ ਹੀ ਕੋਈ ਨਹੀਂ। ਸੋ ਇਸ ਕਰਕੇ ਉਹਦੇ ਨਾਲ ਵੀ ਬੰਦੇ ਦੇ ਵਿੱਚ ਇੱਕ ਉਹ ਆਉਂਦੀ ਹੈ। ਪਰ ਹੁਣ ਨਾਲ ਇਹ ਹੈ ਕਿ ਇਹ ਰਿਲੀਜਨ ਦੇ ਖਿਲਾਫ ਤਾਂ ਹੋ ਗਈ, ਪਰ ਰਿਲੀਜੀਓਸਿਟੀ ਨਹੀਂ ਗਈ। ਜਿਵੇਂ ਧਰਮ ਦੇ ਖਿਲਾਫ ਹੋ ਜੋ, ਧਾਰਮਿਕਤਾ ਨਹੀਂ ਗਈ। ਉਹ ਹੈਗੀ ਆ ਵੀ ਤੁਹਾਡੇ ਅੰਧ ਵਿਸ਼ਵਾਸ। ਅੱਜ ਤੁਸੀਂ ਇਹਨਾਂ ਨੇ ਗੱਲ ਕਰ ਲਓ ਕਿ ਜੇ ਇਹ ਵਿਗਿਆਨਕ ਵਿਚਾਰਧਾਰਾ ਹੈ, ਆਪ ਕਹਿੰਦੇ ਨੇ ਇਹ ਸਾਇੰਟੀਫਿਕ ਆਈਡੀਓਲੋਜੀ ਹੈ। ਹੁਣ ਵਿਗਿਆਨ ਦਾ ਤਾਂ ਅਸੂਲ ਇਹ ਹੈ ਵੀ ਹਰ ਚੀਜ਼, ਉਹਦੇ 'ਚ ਤਾਂ ਕੋਈ ਵੀ ਚੀਜ਼ ਆਪਾਂ ਇਹ ਕਹੀਏ ਵੀ ਪਰਫੈਕਟ ਹੈ। ਹੁਣ ਕਿਸੇ ਮੌਕੇ ਗਲੀਲੀਓ ਵੇਲੇ ਕੋਈ ਹੋਰ ਗੱਲਾਂ ਮੰਨੀਆਂ ਜਾਂਦੀਆਂ ਸੀ, ਉਹ ਤਾਂ ਜਿਉਂ-ਜਿਉਂ ਤਜਰਬੇ 'ਚੋਂ ਗੱਲਾਂ ਗਲਤ ਸਿੱਧ ਹੋਈ ਜਾਣਗੀਆਂ, ਉਹ ਰੱਦ ਹੁੰਦੀਆਂ ਜਾਣਗੀਆਂ ਤੇ ਉਹ ਨਵੀਆਂ ਪ੍ਰਵਾਨ ਕਰਦੇ ਜਾਣਗੇ। ਠੀਕ ਹੈ, ਵਿਗਿਆਨ ਤਾਂ ਹੀ ਪ੍ਰਫੁੱਲਤ ਹੁੰਦਾ ਨਾ। ਤੇ ਕਾਰਲ ਮਾਰਕਸ ਨੇ ਖੁਦ ਕਿਹਾ, ਕਹਿੰਦਾ ਕ੍ਰਾਈਟੇਰੀਅਨ ਆਫ ਥਿਓਰੀ ਇਜ਼ ਪ੍ਰੈਕਟਿਸ। ਕੋਈ ਸਿਧਾਂਤ ਜਾਂ ਵਿਚਾਰ ਠੀਕ ਹੈ ਜਾਂ ਗਲਤ, ਉਹਦੀ ਕਸੌਟੀ ਕੀ ਹੈ? ਉਹਦੀ ਕਸੌਟੀ ਹੈ ਪ੍ਰੈਕਟਿਸ। ਜੇ ਤਾਂ ਪ੍ਰੈਕਟਿਸ 'ਚੋਂ ਤੁਹਾਡੇ ਮਨ 'ਚ ਤੇ ਨਤੀਜੇ ਜੋ ਤੁਸੀਂ ਸੋਚਿਆ ਸੀ, ਜੇ ਤਾਂ ਉਹ ਨਿਕਲਦੇ ਨੇ ਫਿਰ ਤਾਂ ਉਹ ਠੀਕ ਹੈ, ਨਹੀਂ ਉਹ ਗਲਤ ਸਿੱਧ ਹੋਊਗੀ। ਹੁਣ ਛੱਡ ਦਿਓ, ਵਿਗਿਆਨ ਤਾਂ ਇਹ ਕਹਿੰਦਾ ਹੈ। ਪਰ ਇਹ ਅੱਜ ਤੱਕ ਇਹਨਾਂ ਦੇ ਆਪਦੇ ਪੈਗੰਬਰ ਨੇ। ਕਾਰਲ ਮਾਰਕਸ ਪੈਗੰਬਰ ਹੈ, ਲੈਨਨ ਪੈਗੰਬਰ ਹੈ, ਕਈਆਂ ਵਾਸਤੇ ਸਟਾਲਨ, ਕਈਆਂ ਵਾਸਤੇ ਮੌਜੂਦ। ਉਹ ਤੋਂ ਇਹ ਮਾੜਾ ਜਿਹਾ ਵੀ ਇੱਧਰ ਉੱਧਰ ਨਹੀਂ ਜਾ ਸਕਦੇ। ਹੋਰਾਂ ਬੰਦਿਆਂ 'ਚ ਗਲਤੀਆਂ ਕੱਢ ਲੈਣਗੇ, ਹੋਰਾਂ ਲੀਡਰਾਂ 'ਚ ਵੀ ਕੱਢ ਲੈਣਗੇ, ਪਰ ਪੈਗੰਬਰ ਨਹੀਂ ਗਲਤ ਹੋ ਸਕਦਾ। ਸੋ ਉਹ ਤਾਂ ਮਤਲਬ ਵੀ ਜਿਵੇਂ ਨਾ ਹੁੰਦਾ ਵੀ ਸਰਬ ਗਿਆਤਾ, ਉਹਨੂੰ ਸਾਰੀਆਂ ਗੱਲਾਂ ਦਾ ਪਤਾ। ਹਾਂ, ਤੇ ਜੋ ਲਿਖ ਗਿਆ ਉਹ ਤਾਂ ਆਖਰੀ ਸ਼ਬਦ ਹੈ, ਉਹਦੇ 'ਚ ਨਹੀਂ ਕੋਈ ਮਤਲਬ ਪ੍ਰੈਕਟੀਕਲੀ ਐਂ ਜਿਉਂਦੇ ਨੇ। ਫਿਰ ਪਰਸਨੈਲਿਟੀ ਕਲਟ। ਹੁਣ ਇੱਕ ਪਾਸੇ ਕਹਿੰਦੇ ਸ਼ਖਸੀ ਪੂਜਾ ਨਹੀਂ ਚਾਹੀਦੀ, ਵੀ ਧਰਮ ਜਿਹੜਾ ਸ਼ਖਸੀ ਪੂਜਾ। ਮੈਂ ਕਹਿੰਦਾ ਜਿੰਨੀ ਕਮਿਊਨਿਸਟਾਂ 'ਚ ਸ਼ਖਸੀ ਪੂਜਾ ਉਨੀ ਕਿਤੇ ਵੀ ਨਹੀਂ। ਸਾਰੀ ਦੁਨੀਆ ਦਾ ਇਤਿਹਾਸ ਦੇਖ ਲਓ, ਲੀਡਰ ਦੇ ਅੰਨੇ ਪਿੱਛੇ ਲੱਗ ਜਾ। ਤੁਸੀਂ ਇਹ ਯੂਨੀਅਨਾਂ 'ਚ ਦੇਖ, ਜਿੱਧਰ ਨੂੰ ਉਂਗਲ ਕਰਤੀ ਪਿੱਛੇ ਬਸ ਉਵੇਂ। ਸੋ ਲੋਕਾਂ ਨੂੰ ਇਹ ਚੇਤੰਨ ਨਹੀਂ ਕਰਦੇ, ਪ੍ਰਬੁੱਧ ਨਹੀਂ ਬਣਾਉਂਦੇ। ਇੱਕ ਆਪਦੇ ਹਿਸਾਬ ਨਾਲ ਉਹੋ ਜਿਹੀ ਸਿੱਖਿਆ ਜੀ ਦੇ ਕੇ, ਜਿਵੇਂ ਆਹ ਪਖੰਡੀ ਬਾਬੇ ਨਹੀਂ ਆਪਦੇ ਪਿੱਛੇ ਲਾਉਂਦੇ ਹੁੰਦੇ, ਹੁਣ ਉਹ ਵੀ ਤਾਂ ਲਾਉਂਦੇ ਹੀ ਆ ਨਾ। ਪਰ ਉਹ ਬੰਦੇ ਉਹ ਉਸ ਬਾਬੇ 'ਤੇ ਉਂਗਲ ਨਹੀਂ ਚੁੱਕ ਸਕਦੇ। ਸੋ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਨਾ, ਇੱਕ ਜਿਹੜਾ ਇਹਨਾਂ ਦਾ ਸੋਚ ਪ੍ਰਬੰਧ ਹੈ, ਉਹ ਇਸ ਤਰ੍ਹਾਂ ਦਾ ਇਹਨਾਂ ਦਾ ਚੱਲਦਾ ਹੈ। ਅਤੇ ਇਹਦੇ 'ਚ ਹੁਣ ਜਿਹੜਾ ਇਹਨਾਂ ਦਾ ਹੈਗਾ ਸਮਾਜ ਨੂੰ ਸਮਝਣ ਦਾ ਤਰੀਕਾ, ਮੈਂ ਆਖਰੀ ਜਿਹੜੀ ਗੱਲ ਆਪਾਂ ਇਹ ਵਿਚਾਰਧਾਰਾ ਇਹਨਾਂ ਦੀ ਸੋਚ ਪ੍ਰਬੰਧ 'ਚ, ਉਹ ਹੈਗਾ ਕਿ ਸਮਾਜ, ਇਹ ਕਾਰਲ ਮਾਰਕਸ ਨੇ ਇਹ ਕਿਹਾ ਕਿ ਇੱਕ ਸਮਾਜ ਹੈਗਾ ਇਕਨੋਮਿਕ ਬੇਸ, ਉਸ ਮੌਕੇ ਉੱਥੇ ਆਰਥਿਕ ਪ੍ਰਬੰਧ ਕਿਹੋ ਜਿਹਾ ਚੱਲ ਰਿਹਾ ਹੈ। ਇੱਕ ਉਹਦਾ ਫਿਰ ਸੁਪਰ ਸਟਰਕਚਰ, ਜਿਵੇਂ ਇਮਾਰਤ ਆ ਨਾ, ਇੱਕ ਉਹਦੀ ਬੁਨਿਆਦ ਨਹੀਂ, ਫਿਰ ਉਹਦੇ ਉੱਤੇ ਜੋ ਉਸਾਰ ਖੜਾ ਕੀਤਾ ਹੈ। ਉਹ ਕਹਿੰਦਾ ਵੀ ਸਮਾਜ ਦੇ ਵਿੱਚ ਜਿਹੜਾ ਬੁਨਿਆਦ ਹੈ ਉਹ ਇਕੋਨਮੀ ਹੈ, ਅਤੇ ਜਿਹੜਾ ਬਾਕੀ ਪੋਲੀਟਿਕਸ, ਕਲਾ, ਸੱਭਿਆਚਾਰ,
ਕਾਨੂੰਨ, ਇਹ ਸਾਰੀਆਂ ਚੀਜ਼ਾਂ ਉਹਦਾ ਸੁਪਰ ਸਟਰਕਚਰ ਹੈ। ਤੇ ਉਹਨਾਂ ਨੂੰ ਡਿਟਰਮਨ ਕੌਣ ਕਰਦਾ ਹੈ? ਬੁਨਿਆਦ, ਫਾਊਂਡੇਸ਼ਨ, ਇਕੋਨਮੀ। ਸੋ ਆਰਥਿਕ ਜਿਹੜੇ ਹੈਗੇ ਤੱਤ ਉਹ ਪ੍ਰਾਇਮਰੀ ਹੈ। ਉਹੀ ਜੀ ਜਿਹੋ ਜਿਹੀ ਆਰਥਿਕਤਾ ਹੋਊ ਉਹੀ ਜਿਹੀ ਪੋਲੀਟਿਕਸ ਹੋਊ, ਉਹੀ ਜਿਹੀ ਕਲਾ ਹੋਊ, ਉਹੀ ਜਿਹੀ ਸੱਭਿਆਚਾਰ ਹੋਊ, ਉਹੋ ਜਿਹੇ ਸਭ ਕੁਛ ਹੋਊ, ਉਵੇਂ ਕਾਨੂੰਨ ਹੋਊ। ਸੋ ਇਹ ਫਿਰ ਸਮਾਜ ਨੂੰ ਇਸ ਤਰ੍ਹਾਂ ਦੇਖਦੇ ਨੇ ਵੀ ਸਾਰੀ ਚੀਜ਼ ਨੂੰ ਨਿਰਧਾਰਿਤ ਕਰਦੀ ਹੈ ਆਰਥਿਕਤਾ। ਇਸ ਕਰਕੇ ਜਦੋਂ ਵੀ ਇਹ ਵਿਸ਼ਲੇਸ਼ਣ ਕਰਦੇ ਆ ਉਹਦੇ 'ਚੋਂ ਫਿਰ ਇਹਨਾਂ ਦਾ ਨਾ ਜਿਵੇਂ ਉਹ ਐਨਕ ਇੱਕ ਲਾਈ ਹੋਈ ਹੈ, ਹਰ ਚੀਜ਼ ਨੂੰ ਆਰਥਿਕ ਦ੍ਰਿਸ਼ਟੀ ਤੋਂ ਵਿਆਖਿਆ ਕਰਨੀ। ਇਸੇ ਦ੍ਰਿਸ਼ਟੀ ਤੋਂ ਧਰਮਾਂ ਦੀ ਕੀਤੀ ਇਹਨਾਂ ਨੇ। ਵੀ ਕ੍ਰਿਸਚੀਅਨਟੀ ਆਈ ਉਦੋਂ ਇਤਿਹਾਸਕ ਹਾਲਤਾਂ ਕੀ ਸੀ, ਕਿਹੜੀ ਜਮਾਤ ਸੀ, ਉਹਨੂੰ ਕੀ ਪ੍ਰੋਬਲਮਾਂ ਸੀ, ਸਾਰੇ ਧਰਮਾਂ ਦੀ ਵਿਆਖਿਆ ਇਹਨਾਂ ਨੇ ਇਸ ਤਰ੍ਹਾਂ ਕੀਤੀ ਹੈ। ਸਿੱਖ ਧਰਮ ਦੀ ਕਿ ਜਿਹੜੇ ਗੁਰੂ ਨਾਨਕ ਸਾਹਿਬ ਸੀ ਜਾਂ ਜਿਹੜੇ ਗੁਰੂ ਸੀਗੇ ਉਹ ਸੀਗੇ ਇਹਨਾਂ ਦੇ ਮੁਤਾਬਕ ਜਿਹੜੇ ਖੱਤਰੀ ਵਪਾਰੀ। ਉਸ ਮੌਕੇ ਫਿਊਡਲਿਜ਼ਮ ਸੀ, ਜਗੀਰਦਾਰੀ ਸੀ, ਤੇ ਉਹਨਾਂ ਦੇ ਵਪਾਰ ਨਾਲ ਟਕਰਾਅ ਆਉਂਦਾ ਸੀਗਾ ਉਸ ਜਮਾਤ ਦੇ ਹਿੱਤਾਂ ਨਾਲ। ਉਸ ਟਕਰਾਅ 'ਚੋਂ ਉਹਨਾਂ ਨੇ ਇੱਕ ਨਵੀਂ ਸੋਚ ਤੇ ਨਵੀਂ ਗੱਲ ਦਿੱਤੀ। ਮਤਲਬ ਉਹ ਜਿਵੇਂ ਜਮਾਤਾਂ ਦੇ ਨੁਮਾਇੰਦੇ ਉਸ ਤਰ੍ਹਾਂ ਦੇ ਹਰ ਚੀਜ਼ ਦੀ ਵਿਆਖਿਆ ਆਰਥਿਕਤਾ 'ਚੋਂ ਕਰਨੀ ਆ। ਖਾੜਕੂ ਲਹਿਰ ਦੀ ਵਿਆਖਿਆ ਬਿਲਕੁਲ ਹੀ ਇਸ ਤਰ੍ਹਾਂ ਕੀਤੀ ਵੀ ਇੱਥੇ ਗ੍ਰੀਨ ਰੈਵੋਲੂਸ਼ਨ ਆਇਆ, ਉਦੋਂ ਬਾਅਦ ਇੱਕ ਸੈਕਸ਼ਨ ਖੁਸ਼ਹਾਲ ਹੋਇਆ, ਉਹਦੀਆਂ ਆਕਾਂਖਿਆਵਾਂ ਵਧੀਆਂ, ਉਹਦੇ 'ਚ ਆਪਦਾ ਰਾਜ ਕਰਨ ਦੀ ਗੱਲ ਆ ਗਈ। ਉਹ ਕਿਤੇ ਇਤਿਹਾਸ ਨਾਲ ਨਹੀਂ ਜੋੜਦੇ ਸਿੱਖਾਂ ਦੇ ਜਾਂ ਗੁਰੂਆਂ ਦੇ ਉਹਦੇ ਨਾਲ ਵੀ ਇਹ ਤਾਂ ਨਵੀਂ ਜਮਾਤ ਦੀਆਂ ਇੱਕ ਹੁੰਦੀਆਂ ਮਤਲਬ ਅੰਬੀਸ਼ਨਸ, ਉਹਦੀਆਂ ਆਕਾਂਖਿਆਵਾਂ ਹੁੰਦੀਆਂ ਹੈ ਨਾ। ਅਤੇ ਉਹ ਆਈਆਂ ਅਤੇ ਉਹ ਸਰਕਾਰ ਨਾਲ ਟਕਰਾਅ 'ਚ ਆ ਗਏ। ਅਤੇ ਪਰ ਉਹ ਫਿਰ ਉਹਦੇ ਪਿੱਛੇ ਉਹਨਾਂ ਦਾ ਹੋਰ ਬੜਾ ਸੀ ਵੀ ਦੋ ਮਹਾਸ਼ਕਤੀਆਂ ਉੱਥੇ ਅਮਰੀਕਾ ਅਤੇ ਰੂਸ ਦੀ ਟੱਕਰ ਸੀ। ਅਮਰੀਕਾ ਨੇ ਫਿਰ ਇਹਨਾਂ ਨੂੰ ਵਰਤਿਆ ਹਰ ਚੀਜ਼ 'ਚ, ਮਤਲਬ ਫਿਰ ਐਂ ਬਣਾ ਕੇ ਐਂਗਲ ਕਰਦੇ ਉਹ ਕਰਤੇ ਨੇ, ਮਤਲਬ ਵੀ ਉਹਦੀ ਵਿਆਖਿਆ ਇਸ ਤਰ੍ਹਾਂ ਕਰਨਗੇ ਵੀ ਗੱਲ ਆ ਨਹੀਂ। ਫਿਰ ਇੰਨੇ ਸੈਲਫ ਅਸ਼ੋਰਡ ਆਪਦੇ ਆਪ ਬਾਰੇ ਵੀ ਸਾਡੀ ਗੱਲ ਤਾਂ ਗਲਤ ਹੋ ਹੀ ਨਹੀਂ ਸਕਦੀ, ਜਿਹਦੇ 'ਚੋਂ ਫਿਰ ਕੀ ਆਉਂਦਾ ਇਹਨਾਂ 'ਚ ਹੰਕਾਰ ਅਤੇ ਤੰਗ ਨਜ਼ਰੀ। ਉਹ ਫਿਰ ਹੌਲੀ ਹੌਲੀ ਤੁਸੀਂ ਉਹਨਾਂ ਦੇ ਚਿਹਰਿਆਂ 'ਚੋਂ, ਉਹਨਾਂ ਦੀ ਗੱਲਬਾਤ 'ਚੋਂ, ਸਭ ਕੁਛ 'ਚੋਂ ਤੁਹਾਨੂੰ ਝਲਕਣ ਲੱਗ ਜੂ। ਜਿਵੇਂ ਹੁੰਦੇ ਨਾ ਇੱਕ ਖੰਗਰ ਜੇ ਬਣ ਗਏ ਵੀ ਇੱਕ ਖਾਸ ਸੱਚ 'ਚ ਢਲ ਜਾਂਦੇ ਆ, ਅਤੇ ਉਹਨਾਂ 'ਚ ਫਿਰ ਉਹ ਜਿਹੜੀ ਫਲੈਕਸੀਬਿਲਿਟੀ ਅਤੇ ਕ੍ਰੀਏਟੀਵਿਟੀ, ਕੋਈ ਨਵੀਂ ਚੀਜ਼ ਗ੍ਰਹਿਣ ਕਰ ਲੈਣ। ਇੱਕ ਜਿਹੜਾ ਇਹ ਮਿੱਥ ਬਣ ਗਿਆ ਵੀ ਕਮਿਊਨਿਸਟ ਬਹੁਤ ਪੜ੍ਹਦੇ ਨੇ, ਇਹ ਵੀ ਚੀਜ਼ ਹੈਗੀ। ਹਾਂ, ਉਹ ਇਹ ਮਿੱਥ ਹੈ। ਪੜ੍ਹਦੇ ਕੀ ਹੈ? ਉਹ ਆਪਦਾ ਹੀ ਪੱਖ ਪੜ੍ਹਦੇ ਆ। ਤੁਸੀਂ ਇੱਕ ਲਕੀਰ ਵਾਹ ਲਈ, ਉਹਨੂੰ ਹੋਰ ਗੂੜੀ ਕਰੀ ਚਲੋ ਸਾਰੀ ਉਮਰ, ਉਦੋਂ ਪਾਸੇ ਜਾ ਕੇ ਦੇਖਣਾ ਹੀ ਕੁਛ ਨਹੀਂ ਹੈ ਨਾ। ਸੋ ਉਹ ਪੜ੍ਹਾਈ ਕੀ ਹੋਈ? ਮਤਲਬ ਜਿਵੇਂ ਖੋਪੇ ਲਾ ਕੇ ਹੁਣ ਤਾਂ ਜਿਹੜਾ ਹੈਗਾ ਆਪਣਾ ਖਰਾਸ ਤੇ ਲੱਗਿਆ ਘੋੜਾ, ਲਕੀਰ ਤੇ ਫਕੀਰ ਵਾਲੀ ਗੱਲ, ਮੂਵ ਤਾਂ ਉਹ ਵੀ ਹੋ ਰਿਹਾ ਹੁੰਦਾ ਨਾ, ਖੜਦਾ ਤਾਂ ਉਹ ਵੀ ਨਹੀਂ, ਪਰ ਉਹ ਗੇੜੇ ਕੱਢ ਰਿਹਾ, ਉਹ ਖੋਪੇ ਬੰਨੇ ਹੋਏ ਨੇ। ਇਸ ਪੱਖੋਂ ਇਹ ਹਰਕਤ 'ਚ ਲਗਾਤਾਰ ਖੜਦੇ ਕਿਤੇ ਨਹੀਂ, ਪਰ ਉਹ ਖੋਪਿਆਂ ਤੋਂ ਪਾਸੇ ਜਾ ਕੇ ਸੋਚ ਸਕਣ। ਕਿਉਂਕਿ ਮੈਂ ਤਾਂ 15 ਸਾਲ 'ਚ ਦੇਖ ਲਿਆ ਵੀ ਅਸੀਂ ਉਦੋਂ ਪਾਸੇ ਜਾ ਕੇ ਅਸੀਂ ਕੁਛ ਵੀ ਨਹੀਂ ਸੀ ਪੜ੍ਹਦੇ। ਜੇ ਕੋਈ ਦਿੰਦਾ ਸੀ ਵੀ ਇਹ ਸਾਡਾ ਪ੍ਰਾਪੇਗੰਡਾ, ਇਹ ਕਮਿਊਨਿਸਟ ਵਿਰੋਧੀ ਹੈ, ਇਹ ਸਾਜ਼ਿਸ਼ ਹੈ, ਇਹ ਘਟੀਆ, ਇਹ ਰਿਐਕਸ਼ਨਰੀ ਹੈ, ਪਿਛਾਂ ਖਿੱਚੂਗਾ, ਬਸ 20-25 ਵਿਸ਼ੇਸ਼ਣ ਭਰਾ ਦਿਓ ਬੰਦੇ 'ਤੇ, ਬਸ ਉਹਨੂੰ ਰੱਦ ਕਰਕੇ ਵੀ ਇਹਦਾ ਕੀ ਪੜ੍ਹਨਾ ਹੈ। ਅਤੇ ਐਂ ਵੀ ਅੱਛਾ ਤੂੰ ਆਹ ਪੜ੍ਹ ਰਿਹਾ ਯਾਰ, ਜਿਵੇਂ ਇੱਕ ਕੁਰਾਹਤ ਹੁੰਦੀ ਹੈ ਕੋਈ ਨਾ ਵੀ ਇਹ ਤੂੰ ਕਿਉਂ ਪੜ੍ਹ ਰਿਹਾ ਹੈ। ਸੋ ਇਸ ਤਰ੍ਹਾਂ ਦੀਆਂ ਮਤਲਬ ਇਹਨਾਂ ਦੇ ਮੇਰਾ ਕਹਿਣ ਤੋਂ ਇਹ ਭਾਵ ਬਹੁਤ ਜ਼ਿਆਦਾ ਐਰੋਗੈਂਸ ਵੀ ਅਸੀਂ ਕਿਉਂਕਿ ਠੀਕ ਹਾਂ, ਹਰ ਵੇਲੇ ਭਰਮ ਵੀ ਅਸੀਂ ਹਰ ਵੇਲੇ ਠੀਕ ਹਾਂ। ਉਹ ਭਰਮ ਦੇ ਵਿੱਚ ਐਰੋਗੈਂਸ ਅਤੇ ਸੰਕੀਰਨਤਾ, ਤੰਗ ਨਜ਼ਰੀ, ਉਹ ਆਪਾਂ ਆਹ ਸਾਰੇ ਸੰਘਰਸ਼ 'ਚ ਦੇਖ ਲਓ, ਜ਼ਿੰਦਗੀ 'ਚ ਦੇਖ ਲਓ, ਉਹ ਪੈਰ ਪੈਰ 'ਤੇ ਉਹ ਰਿਫਲੈਕਟ ਹੋਣੀ ਹੈ। ਸੋ ਇਹ ਦੂਜੇ ਨੂੰ ਅਕਮੋਡੇਟ ਨਹੀਂ ਕਰ ਸਕਦੇ। ਉਹ ਉਸ ਤਰ੍ਹਾਂ ਦੀ ਫਰਾਖ ਦਿਲੀ ਉਹ ਇਹਨਾਂ 'ਚ ਨਹੀਂ ਆ ਸਕਦੀ, ਕਿਉਂਕਿ ਉਹ ਆਪਦੇ ਆਪ ਬਾਰੇ ਐਡੇ ਭਰਮ 'ਚ ਜਿਉਂ ਰਹੇ ਹੁੰਦੇ ਕਿ ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ। ਫਿਰ ਉਹਨੂੰ 100 ਕਿਸਮ ਦੇ ਨਾਂ ਦੇਣਗੇ, ਇਹ ਤਾਂ ਫਲਾਣੇ ਦਾ ਏਜੰਟ ਹੈ, ਇਹ ਤਾਂ ਮਤਲਬ ਉਹਨੂੰ ਜੋ ਵੀ ਡਿਸਕ੍ਰੈਡਿਟ ਨੂੰ ਕੀਤਾ, ਉਹਦੇ ਬਾਰੇ ਜੋ ਮਨ 'ਚ ਧਾਰਨਾਵਾਂ ਬਣਾਈਆਂ ਜਾ ਸਕਦੀਆਂ ਉਹ ਬਣਾ ਕੇ ਨਾਲ ਤਾਂ ਆਪਦੇ ਆਪ ਨੂੰ ਸੈਟਿਸਫਾਈ ਕਰਨਾ, ਨਾਲੇ ਦੂਜੇ ਲੋਕਾਂ ਨੂੰ ਸੈਟਿਸਫਾਈ ਕਰਨਾ। ਸੋ ਮੇਰਾ ਖਿਆਲ ਹੈ ਕਿ ਆਹ ਕੁਛ ਜਿਹੜੀਆਂ ਸੀ ਨਾ ਬੇਸਿਕ ਜੀਆਂ, ਕਿਉਂਕਿ ਜਦੋਂ ਮੈਂ ਨਿਕਲਿਆ ਇਹਦੇ 'ਚੋਂ, ਮੈਂ ਹੁਣ ਡੈਟ ਵੀ ਤਾਂ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਮਤਲਬ ਉਦੋਂ ਮੈਂ ਇੱਕ ਹਿਸਾਬ ਨਾਲ ਮੇਰਾ ਮੋਹ ਭੰਗ ਹੋ ਗਿਆ। ਪਰ ਮੈਂ ਕਹਾਂ ਵੀ ਮੈਂ ਮਾਰਕਸਵਾਦ ਤੋਂ ਮੁਕਤ ਹੋ ਗਿਆ, ਐਂ ਨਹੀਂ, ਬੜਾ ਜ਼ੋਰ ਲੱਗਿਆ, ਕਈ ਸਾਲ ਲੱਗੇ। ਜਿਵੇਂ ਅੱਡੀਆਂ 'ਤੇ ਜੰਮੀ ਮੈਲ ਕੂਚ ਕੇ ਲਾਉਣੀ ਪੈਂਦੀ ਹੈ, ਉਹ ਸੋਚ ਤੋਂ ਐਂ ਲਾਉਣੀ ਪੈਂਦੀ ਹੈ
ਤੇ ਮੇਰਾ ਮਤਲਬ ਬਹੁਤ ਚਿਰ ਤਾਂ ਹੀ ਰਿਹਾ ਵੀ ਜੇ ਵਿਗਿਆਨਕ ਵਿਚਾਰਧਾਰਾ ਹੈ ਜੀ ਫਿਰ ਤਾਂ ਚਲੋ ਸਿੱਧਾ ਹੀ ਹਿਸਾਬ ਹੈ, ਜਿਹੜੀ ਚੀਜ਼ ਗਲਤ ਸਿੱਧ ਹੋ ਗਈ, ਧਰਮ ਬਾਰੇ ਤੁਹਾਡੀ ਧਾਰਨਾ ਗਲਤ ਸਿੱਧ ਹੋ ਗਈ, ਸੋ ਜਿਹਦਾ ਮਤਲਬ ਇਹ ਵਿਚਾਰ ਗਲਤ ਹੈ। ਸੋ ਮੈਨੂੰ ਤਾਂ ਇਹ ਲੱਗਿਆ ਕਿ ਜਿਹੜਾ ਮਾਰਕਸ ਹੈ, ਜੇ ਤੁਸੀਂ ਉਹਨੂੰ ਉਸ ਤਰ੍ਹਾਂ ਮੰਨਦੇ ਹੋ ਵੀ ਉਹ ਇੱਕ ਵਿਗਿਆਨਕ ਵਿਚਾਰਧਾਰਾ ਦਿੱਤੀ ਆ ਉਹਨੇ, ਤੇ ਉਹ ਇਨਕਲਾਬੀ ਹੈ, ਤੇ ਉਹਨੇ ਇਹ ਕਿਹਾ ਵੀ ਹਰ ਵਿਚਾਰ ਦਾ ਕਸੌਟੀ ਜਿਹੜੀ ਆ ਵੀ ਠੀਕ ਹੈ ਕਿ ਗਲਤ, ਉਹ ਪ੍ਰੈਕਟਿਸ ਹੈ। ਪ੍ਰੈਕਟਿਸ ਹੈ, ਸਹੀ। ਫਿਰ ਤਾਂ ਤੁਹਾਨੂੰ ਮਾਰਕਸਵਾਦ ਆਪ ਹੀ ਉਸ ਪੜਾਅ ਤੇ ਲੈ ਜਾਂਦਾ ਹੈ ਜਿੱਥੇ ਉਹ ਕਹਿ ਦਿੰਦਾ ਹੁਣ ਇਦੋਂ ਬਾਅਦ ਮੇਰੀ ਬਸ, ਮੈਨੂੰ ਜ਼ਿੰਦਗੀ ਦੀ ਜਿੰਨੀ ਕੁ ਸਮਾਜ ਦੀ ਸਮਝ ਸੀ ਇੰਨੀ ਕੁ ਸੀ, ਹੁਣ ਗੱਲਾਂ ਗਾਂ ਨਿਕਲੀਆਂ, ਤੂੰ ਗਾਂ ਜਾ, ਪਰ ਮੇਰੀ ਇਹ ਸਮਝ ਸੀ। ਸੋ ਇਹ ਮੇਰੇ ਵਾਸਤੇ, ਕਿਉਂਕਿ ਹੁਣ ਜਿਹਦੇ ਨਾਲ ਤੁਸੀਂ 15 ਸਾਲ ਇਮੋਸ਼ਨਲੀ ਜੁੜੇ ਹੋ, ਉਹ ਐਂ ਤਾਂ ਨਹੀਂ ਨਾ ਵੀ ਜਿਵੇਂ ਉਹ ਪਜਾਮਾ ਕੁੜਤਾ ਸੀ ਲਾਤਾ ਇੱਕਦਮ ਬਦਲ ਲਿਆ। ਸੋ ਜਿਹੜਾ ਬੰਦਾ ਜਿੰਨਾ ਪੈਸ਼ਨੇਟਲੀ ਜੁੜਿਆ ਹੁੰਦਾ ਉਹਨੂੰ ਉਨਾ ਹੀ ਟਾਈਮ ਲੱਗਦਾ, ਬੜਾ ਪੇਨਫੁਲ ਵੀ ਹੁੰਦਾ। ਸੋ ਇਟ ਟੁੱਕ ਟਾਈਮ। ਤੇ ਇਹਦੇ ਚੋਂ ਮਤਲਬ ਮੇਰੀ ਇਹ ਹੈਗੀ ਹੈ, ਹੁਣ ਜਿਹੜਾ ਮੈਂ ਹੁਣ ਅਹਿਸਾਸ ਹੋਇਆ ਜਾ ਕੇ ਵੀ ਜਿੰਨਾ ਚਿਰ ਬੰਦਾ ਥਾਰੋਲੀ ਟਰਾਂਸਫਾਰਮ ਨਹੀਂ ਹੁੰਦਾ, ਮਾਰਕਸਿਜ਼ਮ ਦਾ, ਕਮਿਊਨਿਜ਼ਮ ਦਾ ਹਰ ਪ੍ਰਭਾਵ ਆਪਦੇ ਵਿੱਚੋਂ ਕੱਢ ਨਹੀਂ ਦਿੰਦਾ, ਉਹਨਾਂ ਚਿਰ ਨਹੀਂ ਉਹ ਖਰਾ ਬਣਦਾ। ਤੇ ਬਹੁਤੇ ਬੰਦਿਆਂ ਨਾਲ ਵਾਪਰਿਆ ਇਹ ਹੈ ਜਾਂ ਵਾਪਰ ਰਿਹਾ, ਮੈਂ ਜਿਹੜਾ ਦੇਖ ਰਿਹਾ, ਉਹ ਹਾਫ ਕਨਵਰਟਡ, ਉਹਨਾਂ ਨੇ ਕੁਝ ਗੱਲਾਂ ਜੀਆਂ ਅਪਣਾ ਲਈਆਂ ਨਵੀਆਂ, ਉਹ ਵੀ ਪੋਲੀਟੀਕਲ, ਪਰ ਜਿਹੜਾ ਉਹਦਾ ਬੁਨਿਆਦ ਹੈ ਕਿਤੇ ਮਾਰਕਸਵਾਦ ਦੀ ਜਾਂ ਉਸ ਵਿਚਾਰਧਾਰਾ ਦੀ, ਉਹਦੇ ਨਾਲ ਉਹ ਅੰਦਰੋਂ ਨਹੀਂ ਉਹ ਟਰਾਂਸਫਾਰਮ ਹੋ ਰਿਹਾ। ਉਹ ਗੁਰੂ ਦੇ ਲੜ ਨਹੀਂ ਲੱਗੇ, ਉਹਨਾਂ ਨੇ ਗੁਰੂ ਨੂੰ ਵੀ ਉਹਨਾਂ ਐਨਕਾਂ ਰਾਹੀਂ ਦੇਖਿਆ, ਇਹ ਮੈਨੀਫੈਸਟ ਹੋ ਰਿਹਾ ਹੈ। ਸੋ ਇਹ ਇੱਕ ਪ੍ਰੋਬਲਮ ਜਿਹੜੀ ਇੱਥੇ ਆ ਰਹੀ ਹੈ, ਜਿਹੜਾ ਹੈਬਿਕ ਪਲੇ ਕਰਦੇ ਆ, ਜਿਹੜੀ ਵੱਡੀ ਇਹ ਗੜਬੜ ਕਰਦੇ ਨੇ, ਇਹ ਫਿਰ ਸਾਡੇ ਗੁਰੂਆਂ ਨੂੰ, ਸਾਡੀ ਗੁਰਬਾਣੀ ਨੂੰ, ਸਾਡੇ ਵਿਰਸੇ ਨੂੰ, ਇਤਿਹਾਸ ਨੂੰ, ਸਾਡੇ ਨਾਇਕਾਂ ਨੂੰ, ਹਰ ਇੱਕ ਚੀਜ਼ ਬਾਰੇ ਆਪਦਾ ਉਹ ਵਿਗੜਿਆ ਹੋਇਆ ਇੱਕ ਜਿਹੜਾ ਹੈਗਾ ਸੰਕਲਪ, ਉਹ ਲੈ ਕੇ ਆਉਂਦੇ। ਸੋ ਉਹ ਮਾਰ ਬੜੀ ਵੱਡੀ ਹੈ ਇਹਨਾਂ ਦੀ, ਤੇ ਇਹਨਾਂ ਖਿਲਾਫ ਜਿਹੜਾ ਹੈਗਾ ਸੰਘਰਸ਼ ਨਾ, ਇਹ ਕੋਈ ਉਸ ਤਰ੍ਹਾਂ ਨਹੀਂ ਵੀ ਕਾਮਰੇਡ ਕਹਿ ਕੇ ਵੀ ਆਪਾਂ ਵੀ ਉਹ ਗਾਲਾਂ ਦੇ ਕੇ ਵੀ ਚੱਲੋ ਉਸ ਤਰ੍ਹਾਂ, ਇਹ ਤਾਂ ਕਾਫੀ ਮਤਲਬ ਚਲੋ ਆਪਾਂ ਬਾਅਦ ਚ ਆ ਕੇ ਕਰਾਂਗੇ। ਖੈਰ ਹੁਣ ਤਾਂ ਸਮਾਂ ਬਦਲ ਗਿਆ, ਹੁਣ ਇਹਨਾਂ ਦਾ ਇੰਟਰਨੈਸ਼ਨਲ ਲੈਵਲ ਤੇ ਕੋਈ ਅਪੀਲ ਨਹੀਂ ਰਹਿ ਗਈ, ਥੋਥ ਬਹੁਤ ਜ਼ਾਹਰ ਹੋ ਗਿਆ। ਉਹ ਇੱਕ ਹਿੰਡ ਹੁੰਦੀ ਹੈ ਵੀ ਹੁਣ ਇਸ ਰਾਹ ਤੇ ਚੱਲੇ ਆ ਤਾਂ ਬਸ ਠੀਕ ਹੈ, ਇੱਥੇ ਹੀ ਨਿਭਣਾ ਹੈ, ਹੋਰ ਐਡੀ ਕੋਈ ਆਪਾਂ ਚਲੋ ਬਾਅਦ ਚ ਗੱਲ ਕਰਾਂਗੇ। ਇਹ ਇੱਥੋਂ ਇਲਾਵਾ ਹੋਰ ਇਹਨਾਂ ਦੀ ਵਿਚਾਰਧਾਰਾ ਨੂੰ ਹੋਰ ਕਿਹੜੀ ਜਗ੍ਹਾ ਜਿਹੜਾ ਪ੍ਰਵਾਨ ਕਰਿਆ ਮੋਟੇ ਰੂਪ ਦੇ ਵਿੱਚ? ਪ੍ਰਵਾਨ ਤਾਂ ਮਿਹਰ ਸਿੰਘ ਦੇਖੋ ਸੀ ਤਾਂ ਇਹ ਪੱਛਮੀ ਵਿਚਾਰਧਾਰਾ ਜੀ, ਪੱਛਮ ਯੂਰਪ ਦੇ ਦੇਸ਼ਾਂ 'ਚ ਹੀ ਸੀਗੀ। ਸੋ ਕਾਰਲ ਮਾਰਕਸ 1848 ਚ ਲੈ ਕੇ ਆਇਆ ਕਮਿਊਨਿਸਟ ਮੈਨੀਫੈਸਟੋ, ਉਹਨੇ ਤੇ ਮਾਰਕਸ ਐਂਗਲਸ ਨੇ ਰਲ ਕੇ ਲਿਖੀ ਸੀ। ਉਹ ਛੋਟੀ ਜੀ ਮੈਨੀਫੈਸਟੋ 100 ਸਫ਼ੇ ਦੀ, ਉਹ 'ਚ ਇੱਕ ਹਿਸਾਬ ਨਾਲ ਪ੍ਰੋਗਰਾਮ ਦਿੱਤਾ ਸੀ, ਸਾਰਾ ਐਲਾਨ ਇੱਕ, ਹੈ ਨਾ। ਉਹਦਾ ਇੰਪੈਕਟ ਬੜਾ ਪਿਆ ਸਾਰੀ ਦੁਨੀਆ 'ਚ। ਸੋ ਮੈਂ ਤਾਂ ਇਹ ਦੇਖਿਆ ਆਪਦੀ ਜ਼ਿੰਦਗੀ 'ਚ ਬਈ ਧਰਮ ਤੋਂ ਬਾਅਦ ਜੇ ਲੋਕ ਕਿਸੇ ਵਿਚਾਰਧਾਰਾ ਤੇ ਖੜ ਕੇ ਲੜੇ ਤੇ ਮਰੇ ਹੈ ਦੁਨੀਆ 'ਚ, ਦੇਸ਼ਾਂ ਤੋਂ ਉੱਪਰ ਉੱਠ ਕੇ, ਕੋਈ ਹੱਦਾਂ ਨਹੀਂ, ਧਰਮਾਂ ਦੀਆਂ, ਦੇਸ਼ਾਂ ਦੀਆਂ, ਸਭ ਹਰ ਜਗ੍ਹਾ ਇਹਦਾ ਅਸਰ ਦਿਸਿਆ। ਅੱਜ ਨਹੀਂ, ਅੱਜ ਤਾਂ ਇਹ ਖਤਮ ਹੋ ਚੁੱਕੀ ਗੱਲ ਆ ਬਹੁਤ, ਪਰ ਆਪਾਂ ਕੱਲ ਨੂੰ ਗੱਲ ਅਗਲੇ ਜਿਹੜਾ ਐਪੀਸੋਡ ਹੈ ਨਾ ਵੀ ਹਿਸਟਰੀ 'ਚ ਇਹਦੀ ਡਿਵੈਲਪਮੈਂਟ ਫਿਰ ਆ ਤਾਂ ਆਪਾਂ ਦੇਤੀ ਨਾ, ਇਹਦੀ ਵਿਚਾਰਧਾਰਾ ਕੀ ਹੈ। ਇਹ ਜਦੋਂ ਵਿਚਾਰਧਾਰਾ ਪ੍ਰੈਕਟਿਸ 'ਚ ਆਈ ਉਦੋਂ ਫਿਰ ਉਹਨੇ ਹਿਸਟਰੀ ਤੇ ਅਸਰ ਕੀ ਪਾਇਆ, ਕਿਹੋ ਜਿਹੇ ਇਨਕਲਾਬ ਆਏ, ਰੂਸ ਦਾ ਇਨਕਲਾਬ ਕੀ ਸੀ, ਚੀਨ ਦਾ ਕੀ ਸੀ, ਕਿਊਬਾ ਦਾ ਕੀ ਸੀ, ਉਹਦਾ ਦੁਨੀਆ ਤੇ ਪ੍ਰਭਾਵ ਕੀ ਪਿਆ, ਉਹਦਾ ਭਾਰਤ ਤੇ ਪ੍ਰਭਾਵ ਕੀ ਆ, ਉਹਦਾ ਪੰਜਾਬ ਤੇ ਪ੍ਰਭਾਵ ਕੀ ਪਿਆ, ਤੇ ਪੰਜਾਬ ਦੇ ਯੂਥ ਤੇ ਪ੍ਰਭਾਵ ਕੀ ਪਿਆ। ਇਹ ਸਾਰੀਆਂ ਗੱਲਾਂ ਆਪਾਂ ਕਵਰ ਕਰਾਂਗੇ ਬੜੇ ਵਿਸਥਾਰ 'ਚ ਜਾ ਕੇ, ਆਰਾਮ ਨਾਲ, ਬਿਨਾਂ ਕਿਸੇ ਪ੍ਰਾਪੇ ਗੰਢੇ ਤੋਂ ਸਮਝਣ ਦਾ ਯਤਨ ਕਰਾਂਗੇ ਵੀ ਇਹ ਚੀਜ਼ ਕੀ ਹੈ। ਹਾਂ, ਸੋ ਮੇਰੇ ਮੁਤਾਬਕ ਹੈ ਕਿ ਆਪਾਂ ਨੂੰ ਯਤਨ ਇਹ ਇਸ ਤਰ੍ਹਾਂ ਦਾ ਹੀ ਕਰਨਾ ਚਾਹੀਦਾ। ਸੋ ਅੱਜ ਮੈਂ ਇਹ ਮੋਟੀਆਂ ਜੀਆਂ ਜਿਹੜੀਆਂ ਇਹਨਾਂ ਦੀਆਂ ਨਾ ਉਹ ਮਤਲਬ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਉਹ 'ਚ ਸੈਂਟਰਲ ਗੱਲ ਇਹ ਹੈ ਕਿ ਜਦੋਂ ਹਰ ਕਮਿਊਨਿਸਟ ਨੂੰ ਇਹ ਭਰਮ ਹੈ ਕਿ ਮੈਂ ਇਤਿਹਾਸ ਦਾ ਪ੍ਰਬੁੱਧ ਏਜੰਟ, ਮੈਂ ਇਤਿਹਾਸ ਦੇ ਪਹੀਏ ਨੂੰ ਅੱਗੇ ਲੈ ਕੇ ਜਾ ਰਿਹਾ, ਮੈਨੂੰ ਹੀ ਪਤਾ ਸਾਰਾ, ਇਹ ਬੰਦੇ ਪਿੱਛੇ ਲੈ ਕੇ ਜਾ ਰਹੇ, ਤੇ ਇਤਿਹਾਸ ਦਾ ਪਹੀਆ ਹਮੇਸ਼ਾ ਅੱਗੇ ਜਾਂਦਾ। ਇਹਨਾਂ ਨੂੰ ਇਹ ਨਹੀਂ ਪਤਾ ਇਤਿਹਾਸ ਦਾ ਪਹੀਆ ਬਹੁਤ ਵੱਡੇ ਬੈਕ ਸਟ੍ਰੋਕ ਵੀ ਮਾਰਦਾ। ਇਹਨਾਂ ਦਾ ਮਾਰਕਸਵਾਦੀ, ਬਲ ਮੇਰੀ ਤਾਂ ਇਹ ਧਾਰਨਾ ਜਿਹੜੇ ਇਹ ਬੰਦੇ ਨੇ ਨਾ ਅੱਜ ਦੇ ਜਿਹੜੇ ਪੰਜਾਬ 'ਚ ਮੈਂ ਦੇਖਿਆ ਜਾਂ ਹੋਰ ਥਾਵਾਂ 'ਤੇ ਵੀ, ਇਹਨਾਂ ਨੂੰ ਮਾਰਕਸਵਾਦ ਦਾ ਵੀ ਨਹੀਂ ਪਤਾ। ਜਿਵੇਂ ਅਸੀਂ ਗ੍ਰਹਿਣ ਕੀਤਾ ਨਾ ਉਦੋਂ ਮਾਰਕਸਵਾਦ, ਅਸੀਂ ਜੂਝੇ ਹਾਂ,
ਅਸੀਂ ਗ੍ਰੈਪਲ ਕੀਤਾ ਪੈਰ ਤੇ, ਅਸੀਂ ਪਛਾੜਾਂ ਵੀ ਦੇਖੀਆਂ, ਉਹ ਪਛਾੜਾਂ ਨੂੰ ਐਨਲਾਈਜ਼ ਕੀਤਾ, ਉਹ ਸਿੱਖਣ ਦਾ ਯਤਨ ਕੀਤਾ, ਕੁਝ ਗੱਲਾਂ ਤੋਂ ਉੱਪਰ ਉੱਠਣ ਦਾ ਯਤਨ ਕੀਤਾ। ਇਹ ਤਾਂ ਹੁਣ ਕੁਝ ਨਹੀਂ, ਛੱਡ ਗਏ ਤਾਂ ਸਾਰਾ ਕੁਝ। ਇਹ ਜੋ ਚੱਲ ਰਿਹਾ ਧੰਦਾ, ਇਹ ਕੀ ਹੈ, ਇਹ ਆਪਾਂ ਆਉਣ ਵਾਲੇ ਐਪੀਸੋਡਾਂ 'ਚ ਦੱਸਾਂਗੇ। ਇਹ ਤਾਂ ਜੋ ਅੱਜ ਦੇ ਸੁਖਵੀਰ ਬਾਦਲ ਅਕਾਲੀ ਦਲ ਹੈ, ਜਿਵੇਂ ਅੱਜ ਦੇ ਇਹ ਕਾਮਰੇਡ ਸੁਖਵੀਰ ਬਾਦਲ ਦੀ ਪ੍ਰਤੀ ਕਾਪੀ ਹੈ, ਔਰ ਇਹ ਤੋਂ ਵੱਧ ਕੁਛ ਨਹੀਂ। ਸੋ ਇਸ ਪੱਖੋਂ ਤਾਂ ਬੜਾ ਡਰੋ ਨਾ, ਪਰ ਫਿਰ ਵੀ ਸੁਖਵੀਰ ਬਾਦਲ ਵੀ ਤਾਂ ਇੱਕ ਫੋਰਸ ਹੈ। ਮਾੜੀ ਤੋਂ ਮਾੜੀ ਚੀਜ਼ ਵੀ, ਰੱਦ ਹੋਈ ਚੀਜ਼ ਵੀ ਮਾਰਕੀਟ ਚੱਲਦੀ ਰਹਿੰਦੀ ਹੈ ਮਾਰਕੀਟ 'ਚ, ਹਰ ਇੱਕ ਦੇ ਗਾਹਕ ਮਿਲ ਜਾਂਦੇ ਹੈ। ਸੋ ਇਸ ਕਰਕੇ ਆਪਾਂ ਇਹਨੂੰ ਫਿਰ ਆਉਣ ਵਾਲੀਆਂ, ਮੇਰਾ ਖਿਆਲ ਹੈ ਅੱਜ ਦੀ ਗੱਲਬਾਤ, ਕਿਉਂਕਿ ਇਹ ਗੱਲਾਂ ਹੌਲੀ ਹੌਲੀ ਜਜ਼ਬ ਕਰਨ ਵਾਲੀ, ਗ੍ਰਾਸਪ ਕਰੋ, ਡਾਈਜੈਸਟ ਕਰੋ, ਸਮਝੋ ਆ ਪੱਖਾਂ ਦੇ ਉੱਤੇ ਕਰੋ, ਹਾਂ, ਫੇਰ ਮਤਲਬ ਉਹ ਜੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਕਾਮਰੇਡ ਵਿਚਾਰਧਾਰਾ ਤੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਭਾਗਾਂ ਦੇ ਵਿੱਚ ਅਸੀਂ ਹੋਰ ਪਰਤਾਂ ਨੂੰ ਵੀ ਛੇੜਾਂਗੇ ਤੇ ਐਨ ਡੂੰਘਾਈ ਦੇ ਵਿੱਚ ਜਿੰਨਾ ਕੋਸ਼ਿਸ਼ ਹੋ ਸਕੇ ਉਨੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।